ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 91 91 604 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਉਸ ਤੋਂ ਬਾਅਦ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਪਾਰਲੀਮੈਂਟ ਦੇ ਵਿੱਚ ਦੋਸ਼ ਲਾਇਆ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ ਜੀ। ਬੜੀ ਦੁਨੀਆ ਦੇ ਵਿੱਚ ਐਕਚੁਅਲੀ ਸਨਸਨੀ ਮਚ ਗਈ ਜੀ ਇਸ ਖਬਰ ਦੇ ਨਾਲ ਜੀ। ਹੁਣ ਸਭ ਤੋਂ ਪਹਿਲਾਂ ਜਦੋਂ ਕੋਈ ਸਿਆਸਤਦਾਨ ਇਸ ਲੈਵਲ ਤੇ ਪ੍ਰਧਾਨ ਮੰਤਰੀ ਦੇ ਲੈਵਲ ਤੇ ਸਰਕਾਰੀ ਤੌਰ ਤੇ ਬੋਲਦੇ ਆ ਜੀ, ਉਹ ਪਹਿਲਾ ਸਵਾਲ ਆਉਂਦਾ ਵੀ ਕਿਉਂ ਇਸ ਵੇਲੇ, ਕਿਉਂ? ਟਾਈਮਿੰਗ ਦੀ ਬੜੀ ਇੰਪੋਰਟੈਂਟ ਜੀ, ਬਿਲਕੁਲ। ਤੇ ਟਾਈਮਿੰਗ ਦੇ ਹਿਸਾਬ ਦੇ ਨਾਲ ਅੱਜ ਕਿਉਂ ਇਹਨਾਂ ਨੇ ਗੱਲ ਕੀਤੀ? ਉਹ ਪਹਿਲੇ ਦਿਨ ਹਾਲੇ ਪਾਰਲੀਮੈਂਟ ਖੁੱਲੀ ਆ, ਉਸ ਦਿਨ ਇਹਨਾਂ ਨੇ ਇਸ ਤਰ੍ਹਾਂ ਦੀ ਖਬਰ ਦਿੱਤੀ ਹੈ ਜਿਹਦਾ ਕੈਨੇਡਾ ਦੇ ਨਾਲ ਕੋਈ ਸਿੱਧਾ ਰਿਲੇਸ਼ਨ ਨਹੀਂ ਹੈ, ਪਰ ਕੈਨੇਡਾ ਦੇ ਕਿਉਂਕਿ ਕੈਨੇਡੀਅਨ ਵਿਅਕਤੀ ਦਾ ਇੱਕ ਦਾ ਕਤਲ ਹੋਇਆ, ਉਹਦੇ ਬਾਰੇ ਇੱਕ ਸਨਸਨੀਖੇਜ ਖਬਰ ਬਣ ਗਈ। ਹੁਣ ਤੁਸੀਂ ਦੇਖੋ ਸਾਰੇ ਪੋਲਸ ਜਿਹੜੇ ਆ ਜੀ, ਉਹਦੇ ਤੇ ਜਸਟਿਨ ਟਰੂਡੋ ਤੇ ਇਹਨਾਂ ਦੀ ਪਾਰਟੀ ਜਿੱਦਾਂ ਆਰਕਟਿਕ ਟੈਂਪਰੇਚਰ ਵਾਂਗੂ ਥੱਲੇ ਨੂੰ ਆ ਰਿਹਾ ਜੀ ਇਸ ਸਪੀਡ ਦੇ ਨਾਲ ਜੀ। ਪਿਛਲੇ ਪਹਿਲੇ ਪੋਲ ਦੇ ਵਿੱਚ 13% ਦਾ ਫਰਕ ਆ ਗਿਆ ਸੀ ਤੇ ਹੁਣ ਕੰਜ਼ਰਵੇਟਿਵ ਪਾਰਟੀ ਦੀ ਇਸ ਲੈਵਲ ਤੇ ਪਪੂਲੈਰਿਟੀ ਪਹੁੰਚ ਗਈ ਸੀ। ਪੋਲਸਟਰਸ ਇਹ ਦੱਸ ਰਿਹਾ ਕਿ ਜਿਨ੍ਹਾਂ ਰਾਈਡਿੰਗਸ ਦੇ ਵਿੱਚ ਉਹਨਾਂ ਦੀ ਪਪੂਲੈਰਿਟੀ ਹੈ ਨਾ ਜੀ, ਉਹਦੇ ਨਾਲ ਉਹਨਾਂ ਦੀ ਮੈਜੋਰਿਟੀ ਬਣਨ ਦੇ ਚੱਕਰ ਹੈਗੇ ਜੀ। ਸੋ ਇਹਨਾਂ ਦੀ ਕਾਕਸ ਦੀ ਮੀਟਿੰਗ ਹੋਈ, ਉੱਥੇ ਵੀ ਇਹ ਸਵਾਲ ਉੱਠੇ ਕਿ ਸਾਡੀ ਪਪੂਲੈਰਿਟੀ ਲਗਾਤਾਰ ਕਿਉਂ ਘਟ ਰਹੀ ਹੈ। ਫਿਰ ਹਰ ਇੱਕ ਜਿਹੜੀ ਮੇਜਰ ਫਾਈਲ ਆ ਉੱਥੇ ਅਕੰਪਲਿਸ਼ਮੈਂਟ ਕੋਈ ਨਹੀਂ ਹੈ। ਹੈਲਥ ਦਾ ਤੁਸੀਂ ਦੇਖਦੇ ਆ ਪੈਂਡੈਮਿਕ ਦੇ ਦੌਰਾਨ ਜੀ। ਫਿਰ ਇਮੀਗ੍ਰੇਸ਼ਨ ਤੇ ਹੁਣ ਜੋ ਗੱਲ ਇਹਨਾਂ ਨੇ ਕੀਤੀ ਆ, ਹਾਂ ਠੀਕ ਆ, ਜਿਹੜੇ EMPLOYER ਤਾਂ ਬੜੇ ਖੁਸ਼ ਆ ਵੀ ਸਾਨੂੰ ਸਸਤੀ ਲੇਬਰ ਮਿਲਦੀ ਆ, ਪਰ ਲੋਕੀ ਦੁਖੀ ਆ, ਉਹਨਾਂ ਦੀਆਂ ਜੌਬਸ ਜਾਂਦੀਆਂ ਲੱਗਦੀਆਂ, ਉਹਨਾਂ ਦਾ ਕੰਪੀਟੀਸ਼ਨ ਆਇਆ। ਫਿਰ ਸਭ ਤੋਂ ਵੱਡੀ ਇਹਦੇ ਸਿੱਟੇ ਤੇ ਇੱਕ ਹਾਊਸਿੰਗ ਮਾਰਕੀਟ ਦੀ ਗੱਲ ਸ਼ੁਰੂ ਹੋ ਗਈ ਜੀ। ਹਾਊਸਿੰਗ ਦੇ ਵਿੱਚ ਇੱਕ ਪਾਸੇ ਤਾਂ ਘਰਾਂ ਦੀ ਬੜੀ ਤੰਗੀ ਆ ਰਹੀ ਹੈ ਲੋਕਾਂ ਨੂੰ, ਜਿਹੜੇ ਇੱਥੇ ਰਹਿੰਦੇ ਆ ਜਾਂ ਜਿਹੜੇ ਨਵੇਂ ਆਉਂਦੇ ਆ। ਦੂਸਰਾ ਦੇਖੋ ਕਿ ਇੰਟਰਸਟ ਰੇਟ ਆ, ਈਵਨ ਅਗਸਤ ਦਾ ਜਿਹੜਾ ਇਨਫਲੇਸ਼ਨ ਰੇਟ ਆ 4% ਆ, ਤੇ ਲੱਗਦਾ ਕਿ ਇਹਦਾ ਜੇ ਇਦਾਂ ਹੀ ਰਿਹਾ ਤਾਂ ਫਿਰ ਅਗਲੀ ਵਾਰ ਨੂੰ ਉਹਨਾਂ ਨੂੰ ਹੋਰ ਵਧਾਉਣਾ ਪਊਗਾ। 7.5% ਤਾਂ ਵੈਸੇ ਚੱਲ ਗਿਆ ਜੀ। ਸੋ ਹੁਣ ਇਹ ਟ੍ਰਿਪ ਲਾ ਕੇ ਆਏ ਇੰਡੀਆ ਨੂੰ। ਕੈਨੇਡੀਅਨ ਅਖਬਾਰ ਕੋਈ ਨਹੀਂ ਹੋਊਗਾ, ਕੋਈ ਵੀ ਟੀਵੀ ਨਹੀਂ ਹੋਣਾ ਜਿਹਨੇ ਨੁਕਤਾਚੀਨੀ ਨਹੀਂ ਕੀਤੀ ਕਿ ਇੱਕ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਜਾ ਕੇ ਬੱਚਿਆਂ ਵਾਂਗ ਗੱਲਾਂ ਕਰੇ। ਇਹਨਾਂ ਨੂੰ ਇੱਕ ਹੀ ਲੀਡਰ ਸੀਗੇ ਉੱਥੇ G20 ਦੇ ਵਿੱਚ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਮਾਂ ਨਹੀਂ ਦਿੱਤਾ ਵੀ ਮੇਰੇ ਨਾਲ ਮੀਟਿੰਗ ਕਰ। ਜਿਹੜੀ ਮੀਟਿੰਗ ਹੋਈ ਆ ਉਹ ਇਸ ਕਰਕੇ ਹੋਈ, ਉਹਨਾਂ ਨੇ ਇੱਕ ਬਾਹੋਂ ਫੜ ਕੇ ਇੱਕ ਪਾਸੇ ਕਰ ਲਿਆ। ਉੱਥੇ G20 ਦੀ ਮੀਟਿੰਗ ਹੋਈ ਤਾਂ ਉੱਥੋਂ ਇੱਕ ਪਾਸੇ ਨੂੰ ਕਰ ਲਿਆ, ਤਾਂ ਉੱਥੇ ਉਹਨਾਂ ਨੂੰ ਲੈਕਚਰ ਦਿੱਤਾ ਵੀ ਤੁਸੀਂ ਸਾਡੇ ਡਿਪਲੋਮੈਟਸ ਨੂੰ ਧਮਕੀਆਂ ਦੇਣ ਲੱਗੇ ਆ, ਸਾਡੀ ਕਮਿਊਨਿਟੀ ਨੂੰ ਧਮਕੀਆਂ ਦੇਣ ਲੱਗੇ ਆ, ਤੇ ਉਹਨਾਂ ਦੀ ਹਮਾਇਤ ਕਰ ਰਹੇ ਆ, ਉਹਨਾਂ ਬਾਰੇ ਤੁਸੀਂ ਕੁਝ ਕਰਦੇ ਨਹੀਂ। ਇਹਨਾਂ ਸਾਰੀਆਂ ਗੱਲਾਂ ਦੇ ਦੁੱਖ ਤਾਂ ਹੋਇਆ ਉਹਨਾਂ ਨੂੰ। ਉਹ ਜ਼ਾਹਰ ਉਹਨਾਂ ਨੇ ਉੱਥੇ ਹੀ ਕਰ ਦਿੱਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਉੱਥੇ ਡਿਨਰ ਅਟੈਂਡ ਨਹੀਂ ਕੀਤਾ। ਫਿਰ ਉਹਨਾਂ ਨੇ ਆਫਰ ਵੀ ਕੀਤੀ ਵੀ ਚਲੋ ਸਾਡਾ ਜਹਾਜ਼ ਲੈ ਕੇ ਚਲੋ ਜਾਓ, ਤੁਹਾਡਾ ਜੋ ਜਹਾਜ਼ ਖਰਾਬ ਹੋ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਉਂ ਦਾ ਸਵਾਲ ਜਿਹੜਾ ਸਵਾਲ ਹੈ ਨਾ, ਉਹਦਾ ਜਵਾਬ ਇਹ ਹੀ ਆ ਵੀ ਇਹ ਇੱਕ ਬਹੁਤ ਵੱਡਾ ਮੁੱਦਾ ਦੀ ਲੋੜ ਸੀ ਜਿਹੜੀ ਅਟੈਂਸ਼ਨ ਲੋਕਾਂ ਦੀ ਹੋਰ ਨਾ ਪਾਸਿਆਂ ਪਵੇ। ਹੁਣ ਕੱਲ ਕਿਸੇ ਨੇ ਗੱਲ ਹਾਊਸਿੰਗ ਦੀ ਨਹੀਂ ਕੀਤੀ, ਕਿਸੇ ਨੇ ਹੋਰ ਨਹੀਂ ਕੀਤੀ, ਇਹਦੇ ਨਾਲ ਹੀ ਇੱਕ ਮੁੱਦਾ ਹੋਰ ਜੁੜ ਗਿਆ।
ਅੰਡਰ ਪ੍ਰੈਸ਼ਰ ਇਹਨਾਂ ਨੇ ਫੋਰਨ ਇੰਟਰਫੀਅਰੈਂਸ ਤੇ ਇਨਕੁਆਰੀ ਆਰਡਰ ਕੀਤੀ ਹੈ, ਅੰਡਰ ਪ੍ਰੈਸ਼ਰ ਜੀ ਬਾਬਾ। ਬਹੁਤ ਦਾ ਪੇਚ ਵਰਤੇ ਜਿੰਨੇ ਵੀ ਵਰਤ ਸਕਦੇ ਸੀ ਪਾਰਲੀਮੈਂਟ ਦੇ ਵਿੱਚ, ਚਾਹੇ ਉਹ ਪਾਰਲੀਮੈਂਟਰੀ ਇਨਕੁਆਰੀ ਹੋਵੇ, ਚਾਹੇ ਉਹ ਸਪੈਸ਼ਲ ਰੈਪੋਰਟਿਓਰ ਦੀ ਇਨਕੁਆਰੀ ਹੋਵੇ, ਇਹਨਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਚਾਈਨਾ ਦੇ ਨਾਲ ਲਿੰਕ ਬਹੁਤ ਡੂੰਘੇ ਆ ਇਹਨਾਂ ਦੇ, ਔਰ ਇੰਨੇ ਡੂੰਘੇ ਆ ਉਹਨਾਂ ਦੇ ਵਿੱਚ ਕੀ ਖੁਲਾਸੇ ਹੋਣੇ ਆ ਉਹਨਾਂ ਤੋਂ ਡਰਦੇ ਆ। ਲਿਬਰਲ ਪਾਰਟੀ ਵਾਲੇ ਡਰਦੇ ਆ, ਪ੍ਰਾਈਮ ਮਿਨਿਸਟਰ ਡਰਦੇ ਆ। ਬਿਲਕੁਲ। ਤੇ ਉਹਦੇ ਤੋਂ ਪਹਿਲਾਂ ਹੀ ਪ੍ਰੀਐਮਪਟਿਵ ਸਟ੍ਰਾਈਕ ਇਹਨਾਂ ਨੇ ਕਰ ਦਿੱਤੀ ਵੀ ਇਕੱਲੇ ਅਸੀਂ ਚਾਈਨਾ ਦੀ ਗੱਲ ਹੀ ਨਹੀਂ ਕਰਨੀ। ਪਹਿਲਾਂ ਵੀ ਇਹ ਗੱਲ ਕਰਦੇ ਸੀ ਕਿ ਜੇ ਚਾਈਨਾ ਦੀ ਤੁਸੀਂ ਗੱਲ ਕਰਦੇ ਤਾਂ ਅਸੀਂ ਇੰਡੀਆ ਦੀ ਵੀ ਗੱਲ ਕਰਨੀ ਆ। ਹਾਲਾਂਕਿ ਨਾਂ ਨਹੀਂ ਲਿਆ ਇਹਨਾਂ ਨੇ ਮੈਂਡੇਟ ਦੇ ਵਿੱਚ, ਇਹਨਾਂ ਨੇ ਕਿਹਾ ਵੀ ਚਾਈਨਾ, ਰਸ਼ੀਆ ਤੇ ਹੋਰ ਦੇਸ਼ਾਂ ਦੇ ਵਿੱਚ ਇੰਡੀਆ ਪੁਆਇੰਟ ਕਰ ਰਹੇ ਸੀ। ਅੱਛਾ, ਇਹ ਤਾਂ ਹੋ ਗਈ ਕਿਉਂ ਦੀ ਗੱਲ। ਹੁਣ ਬਾਕੀ ਗੱਲ ਆਉਂਦੀ ਹੈ ਇੱਕ, ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ, ਰੂਲ ਆਫ ਲਾਅ ਦੀ ਗੱਲ ਕਰਦੇ ਆ। ਰੂਲ ਆਫ ਲਾਅ ਦੇ ਵਿੱਚ ਜਦੋਂ ਤੁਹਾਡਾ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਹੋਇਆ 18 ਜੂਨ ਨੂੰ ਜੀ, ਅੱਜ 3 ਮਹੀਨੇ ਹੋ ਗਏ ਕਿ ਕੋਈ ਬੰਦਾ ਨਹੀਂ ਫੜਿਆ। ਇਨਵੈਸਟੀਗੇਸ਼ਨ ਕਿੱਥੇ ਗਈ ਹੈ? ਆਰਸੀਐਮਪੀ ਵੀ ਕਰ ਰਹੀ ਹੈ, ਆਈ ਹੈਟ ਵਾਲੇ ਵੀ ਕਰ ਰਹੇ ਆ। ਜੇ ਤੁਹਾਨੂੰ ਲੱਗਦਾ ਹੈ ਕਿ ਇੰਟੈਲੀਜੈਂਸ ਏਜੰਸੀ ਜਿਹੜੀ ਆਪਣੀ, ਉਹ ਤਾਂ ਇੰਟੈਲੀਜੈਂਸ ਏਜੰਸੀ ਨੂੰ ਪ੍ਰਾਈਮ ਮਿਨਿਸਟਰ ਨੂੰ ਕਹਿਣ ਦੀ ਲੋੜ ਨਹੀਂ, ਉਹਨਾਂ ਨੇ ਤਾਂ ਖੁਦ ਹੀ ਆਪਣੇ ਸਬੂਤ ਦੇ ਦੇਣੇ। ਕਿਉਂਕਿ ਇੱਕ ਵਿਅਕਤੀ ਦਾ ਕਤਲ ਹੋਇਆ ਕੈਨੇਡੀਅਨ ਸਿਟੀਜ਼ਨ ਦਾ, ਉਹਦੇ ਬਾਰੇ ਜੋ ਵੀ ਸਾਡੀ ਇੰਟੈਲੀਜੈਂਸ ਏਜੰਸੀ ਦੇ ਕੋਲ ਸਬੂਤ ਹੋਣਗੇ ਉਹ ਪਾਸ ਆਨ ਕਰੂਗੀ ਇਨਵੈਸਟੀਗੇਟਿੰਗ ਏਜੰਸੀਜ਼ ਨੂੰ। ਇਨਵੈਸਟੀਗੇਸ਼ਨ ਏਜੰਸੀ ਜਿਹੜੀ ਸਾਡੇ ਇੱਥੇ ਆਰਸੀਐਮਪੀ ਆ ਤੇ ਨਾਲ ਆਈ ਹੈਟ ਵਾਲੇ ਲੱਗੇ ਆ, ਦੋਹਾਂ ਨੇ ਰਲ ਕੇ ਇਹਨਾਂ ਨੇ ਫੈਸਲਾ ਕਰਨਾ ਵੀ ਇਹ ਪੁਖਤਾ ਸਬੂਤ ਹੈਗਾ ਆ। ਇਹ ਸਭ ਕੁਝ ਛਾਣਬੀਣ ਕਰਨ ਤੋਂ ਬਾਅਦ ਇਹ ਰਿਪੋਰਟ ਇਹਨਾਂ ਨੇ ਦੇਣੀ ਆ ਕਰਾਊਨ ਲਾਇਰਸ ਨੂੰ। ਕਰਾਊਨ ਡਿਸਾਈਡ ਕਰੂਗੀ ਵੀ ਕੀ ਇਹਦੇ ਤੇ ਇਹਨੂੰ ਕੇਸ ਨੂੰ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਣਾ ਜਾਂ ਨਹੀਂ ਜਾਣਾ, ਜਿਹੜੇ ਅਗਲਾ ਜਿਹੜਾ ਕਦਮ ਹੋਣਾ। ਮਤਲਬ 3 ਸਟੇਜਸ ਹੈ ਨਾ, ਅਜੇ ਤਾਂ ਪਹਿਲੀ ਤੇ ਹੀ ਆ ਜੀ। ਦੂਸਰੀ ਸਟੇਜ ਹੈਗੀ ਕਰਾਊਨ ਕਾਰਪੋਰੇਟ, ਆਪਣੇ ਕਰਾਊਨ ਲਾਇਰਸ ਦੀ। ਉਹਨਾਂ ਨੇ ਫੈਸਲਾ ਕਰਨਾ। BC ਦੇ ਵਿੱਚ ਕਾਨੂੰਨ ਆ ਕਿ ਜਿੰਨਾ ਚਿਰ ਸਬਸਟੈਂਸ਼ੀਅਲ ਐਵੀਡੈਂਸ ਨਾ ਹੋਵੇ, ਜਿਹੜਾ ਆਪਣੇ ਲੱਗੇ ਵੀ ਬੰਦੇ ਨੂੰ ਗਿਲਟੀ ਸਾਬਤ ਕਰ ਦੇਣਾ, ਉਹਨਾਂ ਚਿਰ ਤੁਸੀਂ ਕੇਸ ਲੈ ਕੇ ਨਹੀਂ ਜਾਣਾ ਜੀ। ਕਿਉਂਕਿ ਬਹੁਤ ਹੀ ਵਾਰੀ ਇਹਨਾਂ ਦੇ ਪ੍ਰੀਲਿਮਿਨਰੀ ਸਟੇਜ ਤੇ ਜੱਜ ਮਾਰਦੇ ਬਾਹਰ ਵੀ ਇਹਦੇ ਵਿੱਚ ਐਵੀਡੈਂਸ ਤਾਂ ਕੋਈ ਲੈ ਕੇ ਹੀ ਨਹੀਂ ਆਈ ਤੁਸੀਂ। ਸੋ ਜਿਹੜੀ ਗੱਲ ਪ੍ਰਾਈਮ ਮਿਨਿਸਟਰ ਨੇ ਹਾਊਸ ਆਫ ਕਾਮਨਸ ਉੱਠ ਕੇ ਕਹਿਤੀ ਆ, ਜੇ ਉਹ ਅੱਛੀ ਗੱਲ ਹੁੰਦੀ, ਜਿਹੜਾ ਕੋਈ ਸੋਚਣ ਵਾਲਾ ਪ੍ਰਾਈਮ ਮਿਨਿਸਟਰ ਹੋਵੇ, ਇਹ ਉਦੋਂ ਕਵੇ ਜਦੋਂ ਜੱਜ ਨੇ ਫੈਸਲਾ ਦੇ ਦਿੱਤਾ। ਤੀਸਰੀ ਸਟੇਜ ਤੇ ਜਾ ਕੇ ਜੱਜ ਨੇ ਸਾਰਾ ਟ੍ਰਾਇਲ ਚੱਲਣਾ, ਉੱਥੇ ਟ੍ਰਾਇਲ ਦੇ ਵਿੱਚ ਕਿਉਂਕਿ ਕ੍ਰਿਮੀਨਲ ਟ੍ਰਾਇਲ ਆ, ਬਿਯੋਂਡ ਅ ਰੀਜ਼ਨੇਬਲ ਡਾਊਟ ਉੱਥੇ ਕਨਵਿਕਸ਼ਨ ਕਰਦੇ ਆ ਕਿ ਸਾਰਾ ਐਵੀਡੈਂਸ ਸਾਨੂੰ ਇਹ ਦੱਸਦਾ ਵੀ ਕੋਈ ਸ਼ੱਕ ਨਹੀਂ ਰਹਿ ਗਈ ਵੀ ਇਸ ਬੰਦੇ ਨੇ ਕਤਲ ਕੀਤਾ। ਉਦੋਂ ਬਾਅਦ ਤੁਸੀਂ ਪਾਰਲੀਮੈਂਟ 'ਚ ਕਹੋ, ਤੁਸੀਂ ਆਪਣੇ ਡਿਪਲੋਮੈਟਿਕ ਚੈਨਲ ਰਾਹੀਂ ਕਹੋ, ਜੋ ਵੀ ਕਰਦੇ ਆ, ਕਿਉਂਕਿ ਜਿਹੜਾ ਵੀ ਐਵੀਡੈਂਸ ਤੁਹਾਡੇ ਮੋਹਰੇ ਆਇਆ ਹੈ ਉੱਥੇ ਜੱਜ ਨੇ ਫੈਸਲਾ ਕਰਨਾ। ਟਰੂਡੋ ਇਜ਼ ਨਾਟ ਜੱਜ। ਤੀਸਰੀ ਸਟੇਜ ਦੀ ਗੱਲ ਕਰਦੇ ਆ ਅਸੀਂ ਜੀ। ਅੱਛਾ, ਫਿਰ ਉਹਨੂੰ ਲਿੰਕ ਕਰਦੇ ਆ ਦੋ ਚੀਜ਼ਾਂ ਨੂੰ, ਦੋ ਲੈਵਲ ਤੇ ਹੈ ਨਾ। ਇਹ ਕਹਿੰਦੇ ਕਿ ਇੰਡੀਅਨ ਗਵਰਨਮੈਂਟ ਦੇ ਕਿਸੇ ਏਜੰਟ ਨੇ ਇਹ ਕਤਲ ਕੀਤਾ ਹੈ। ਪਹਿਲੀ ਗੱਲ ਤਾਂ ਉਹਨੂੰ ਐਸਟੈਬਲਿਸ਼ ਕਰੋ, ਜਿਹੜਾ ਏਜੰਟ ਕੌਣ ਆ, ਕਿਹੜੇ ਬੰਦੇ ਆ, ਉਹਨਾਂ ਨੇ ਕਤਲ ਕੀਤਾ ਹੈ। ਇਹ ਪਹਿਲਾਂ ਇਹ ਸਬੂਤ ਪੇਸ਼ ਕਰਨ ਦੀ ਲੋੜ ਆ। ਦੂਸਰਾ ਲੈਵਲ ਤੇ ਸਬੂਤ ਕਰਨ ਦੀ ਲੋੜ ਆ ਵੀ ਉਹ ਬੰਦੇ ਕਿੱਦਾਂ ਲਿੰਕਡ ਆ ਇੰਡੀਆ ਦੇ ਨਾਲ, ਇੰਡੀਅਨ ਗਵਰਨਮੈਂਟ ਦੇ ਨਾਲ ਕਿੱਦਾਂ ਲਿੰਕਡ ਆ। ਫਿਰ ਇਹਨਾਂ ਨੇ ਕੱਲ ਡਿਪਲੋਮੈਟ ਨੂੰ ਇੱਕ ਨੂੰ ਕੱਢਿਆ, ਇਥੋਂ ਇੰਟੈਲੀਜੈਂਸ ਆਫੀਸਰ ਸੀ ਉਹ ਇੰਡੀਆ ਦਾ, ਤੇ ਉਹਨੂੰ ਕੱਢਿਆ ਤਾਂ ਉਹਦੇ ਕੀ ਰੋਲ ਸੀ ਵਿੱਚ ਇਹਦੇ ਸਾਰੀ ਕਹਾਣੀ ਦੇ ਵਿੱਚ ਜੀ। ਸੋ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਲੈਵਲ ਤੇ ਡਿਸਕਸ਼ਨ ਹੋਈ ਹੈ। ਵਾਰ-ਵਾਰ ਇਹਨਾਂ ਨੂੰ, ਜੇ ਮੀਡੀਆ ਨੂੰ ਅਸੀਂ ਕਹਿੰਦੇ ਵੀ ਸੀ, ਤਾਂ ਉਹਨਾਂ ਦੀ ਦਿਲਚਸਪੀ ਹੋਰਨਾਂ ਗੱਲਾਂ 'ਚ ਹੁੰਦੀ ਆ ਵੀ ਹੁਣ ਕੀ ਹੋ ਜਾਣਾ, ਡਿਪਲੋਮੈਟਿਕ ਟਾਈਜ਼ ਟੁੱਟ ਜਾਣਗੀਆਂ, ਫਲਾਣਾ ਟੁੱਟ ਜਾਊਗਾ। ਇਸ ਗੱਲ ਤੇ ਨਹੀਂ ਸੀ ਵੀ ਸਭ ਤੋਂ ਪਹਿਲਾਂ ਨੰਬਰ 1 ਜਿਹੜੀ ਇਸ਼ੂ ਆ, ਇੱਕ ਪ੍ਰਾਈਮ ਮਿਨਿਸਟਰ ਉੱਠ ਕੇ ਕਹਿ ਦੇਵੇ ਵੀ ਆਹ ਐਵੀਡੈਂਸ ਹੈ। ਤੁਸੀਂ ਕਿਸੇ ਵੀ ਕੇਸ ਦੇ ਵਿੱਚ ਕਦੇ ਵੀ ਕਿਸੇ
ਕਿਸਮ ਦਾ ਪਬਲਿਕ ਆਪਣੇ ਐਵੀਡੈਂਸ ਜਿਹੜਾ ਸਬੂਤ ਆ ਉਹਨੂੰ ਪਬਲਿਕਲੀ ਨਹੀਂ ਲੈ ਕੇ ਜਾਂਦੇ। ਜੇ ਐਵੀਡੈਂਸ ਹੈਗਾ ਆ ਉਹ ਤੁਸੀਂ ਆਪਣੇ ਇਨਵੈਸਟੀਗੇਟਿੰਗ ਏਜੰਸੀਜ਼ ਨੂੰ ਦਿਓ, ਤੁਸੀਂ ਆਰਸੀਐਮਪੀ ਨੂੰ ਦਿਓ, ਤੁਹਾਡੇ ਕੋਲ ਹੈਗਾ ਇੰਟੈਲੀਜੈਂਸ। ਦੇਖੋ ਉਹਨਾਂ ਨੂੰ ਇੰਟੈਲੀਜੈਂਸ ਨੂੰ ਕਹੋ ਵੀ ਤੁਸੀਂ ਪਹਿਲਾ ਸਵਾਲ ਉਹਨੂੰ ਪ੍ਰਾਈਮ ਮਿਨਿਸਟਰ ਨੂੰ ਪੁੱਛਣ ਦੀ ਲੋੜ ਸੀ ਵੀ ਤੁਸੀਂ ਇਹ ਆਰਸੀਐਮਪੀ ਨੂੰ ਦਿੱਤਾ, ਕਿਉਂਕਿ ਸੀਐਸਐਸ ਦੀ ਤਾਂ ਆਰਸੀਐਮਪੀ ਦੀ ਬੜੀ ਪੁਰਾਣੀ ਰਾਇਵਲਰੀ ਆ, ਇਹ ਕਰੀ ਇੱਕ ਦੂਜੇ ਤੇ ਲੱਗਦੇ ਆ ਬੇਸਲੀ, ਤੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਉਹਨਾਂ ਨੂੰ ਦਿੱਤਾ, ਤੁਸੀਂ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਸਬੂਤ ਪੈਦਾ ਕਰਨੇ ਪਏ, ਉਹਨਾਂ ਦੇ ਕੋਲ ਸਬੂਤ ਹੈਗੇ ਜਿਹੜੇ ਕੋਰਟ ਦੇ ਵਿੱਚ ਲਿਜਾ ਸਕਣਗੇ। ਦੇਖੋ ਬਿਲਕੁਲ ਜਿਹੜਾ ਪੁਖਤਾ ਕੀਤੇ ਬਿਨਾ ਮਤਲਬ ਕਿ ਪ੍ਰਧਾਨ ਮੰਤਰੀ ਦਾ ਬਿਆਨ ਦੇਣਾ ਜਿਹੜਾ ਜਿੱਦਾਂ ਮੇਰੇ ਵਰਗਾ ਬੰਦਾ ਬੈਠਾ ਹੋਵੇ ਉਹ ਵੀ ਪ੍ਰਾਈਵੇਟ, ਜਦੋਂ ਅਸੀਂ ਕਿਤੇ ਪ੍ਰਾਈਵੇਟ ਬੈਠੇ ਆ, ਰੋਟੀ ਖਾ ਰਹੇ ਆ, ਚਾਹ ਪੀ ਰਹੇ ਆ, ਗੱਪਸ਼ਪ ਮਾਰ ਰਹੇ ਆ, ਪ੍ਰਾਈਵੇਟਲੀ ਕਿਸੇ ਨੇ ਗੱਲ ਕਰਦੀ ਇਦਾਂ ਦੀਆਂ ਗੱਲਾਂ ਕਰਦੇ ਅਸੀਂ ਸੱਥ ਜਿਹੜੀ ਖੁੰਡ ਚਰਚਾ ਹੁੰਦੀ ਇਦਾਂ ਦੀ ਹੁੰਦੀ ਹੈ। ਪਰ ਜਿਹੜਾ ਜ਼ਿੰਮੇਵਾਰ ਬੰਦਾ ਹੋਵੇ, ਅਸੀਂ ਤਾਂ ਛੋਟੇ ਜਿਹੇ ਲੈਵਲ ਦੀ ਵੀ ਗੱਲ ਕਰਦੇ ਆ, ਕੋਈ ਆਰਸੀਐਮਪੀ ਦਾ ਬੰਦਾ ਇਨਵੈਸਟੀਗੇਸ਼ਨ ਦੇ ਵਿੱਚ ਲੱਗਾ ਹੋਵੇ ਤਾਂ ਉਹ ਉੱਠ ਕੇ ਕੱਲ ਨੂੰ ਇਹ ਦੱਸਣ ਲੱਗ ਪਵੇ ਕਿ ਸਾਨੂੰ ਆਹ ਲੱਭਾ ਹੈ, ਅੱਛਾ ਉਹਨੂੰ ਫਿਰ ਝਾੜਾਂ ਪਾਉਣਗੇ ਸਾਰੀ ਹਾਈ ਕਮਾਂਡ ਵਾਲੇ ਵੀ ਭਾਈ ਇਨਵੈਸਟੀਗੇਸ਼ਨ ਕਰ, ਤੇਰਾ ਕੰਮ ਇਹੀ ਆ, ਇਹ ਇਨਵੈਸਟੀਗੇਸ਼ਨ ਕਰਕੇ ਦੇ ਕਰਾਉਣ ਨੂੰ, ਕਰਾਉਣ ਵਾਲੇ ਫੈਸਲਾ ਕਰਨਗੇ ਵੀ ਇਹਦੇ ਵਿੱਚ ਸਬਸਟੈਂਸ਼ੀਅਲ ਐਵੀਡੈਂਸ ਹੈਗਾ ਜਾਂ ਨਹੀਂ। ਅਸੀਂ ਉਦਾਂ ਹੀ ਵੈਸੇ ਗੱਲਾਂ ਕਰਦੇ ਹਾਂ, ਫਿਰ ਉਹ ਲੈ ਕੇ ਜਾਣਗੇ ਕੋਰਟ ਦੇ ਵਿੱਚ, ਕੋਰਟ ਦੇ ਵਿੱਚ ਫਿਰ ਦੋਏ ਧਿਰਾਂ ਹੁੰਦੀਆਂ, ਤਾਂ ਹੀ ਅਸੀਂ ਕੋਰਟ ਤਾਈਂ ਇੰਤਜ਼ਾਰ ਕਰਦੇ ਹਾਂ, ਕਿਉਂਕਿ ਇਨਵੈਸਟੀਗੇਸ਼ਨ ਲੈਵਲ ਤਾਈਂ ਤਾਂ ਅਸੀਂ ਇੱਕ ਪਾਸੇ ਦੀ ਸੁਣਦੇ ਹਾਂ ਕਿ ਇਹਨਾਂ ਨੇ ਕੀ ਲੱਭਿਆ, ਤੇ ਉੱਥੇ ਫਿਰ ਦੂਸਰੇ ਲਾਇਰ ਵੀ ਬੈਠੇ ਹੁੰਦੇ ਆ, ਉਹ ਪੁੱਛਦੇ, ਹਰ ਗੱਲ ਤੇ ਸਵਾਲ ਕਰਦੇ ਆ ਵੀ ਕਿੱਥੋਂ ਲੈ ਕੇ ਆਇਆ, ਕਿੱਦਾਂ ਲੈ ਕੇ ਆਇਆ। ਐਵੀਡੈਂਸ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਜੇ ਤੁਸੀਂ ਏਦਾਂ ਕਹਿੰਦੇ ਕਿ ਕ੍ਰੈਡੀਬਲ ਐਵੀਡੈਂਸ ਆ, ਬਹੁਤ ਭਰੋਸੇਯੋਗ ਆ, ਜੇ ਭਰੋਸੇਯੋਗ ਆ ਤਾਂ ਉਹਨੂੰ ਏਜੰਸੀ ਨੂੰ ਦੇ ਦਿਓ, ਬਹੁਤ ਸੌਖੀ ਗੱਲ ਹੈ। ਤਾਂ ਬੜੀ ਬਹੁਤ ਹੀ ਬਚਪਨਾ ਗੱਲ, ਔਰ ਇਹਦੇ ਨਾਲ ਕਿਲਿੰਗ ਹੋ ਸਕਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ, ਕਿਉਂਕਿ ਜਿਹੜੇ ਬੰਦਿਆਂ ਨੂੰ ਤੁਸੀਂ ਫੂਕ ਦੇ ਰਹੇ ਹੋ ਨਾ ਇਸ ਵੇਲੇ, ਉਹਨਾਂ ਨੂੰ ਫੂਕ ਦਿੱਤੀ ਆ ਵੀ ਇਹਨਾਂ ਨੇ ਜਿਹੜੀ ਉਹ ਪਹਿਲਾਂ ਹੀ ਗੱਲ ਕਰਦੇ ਸੀ, ਪਹਿਲਾਂ ਵੀ ਇਹ ਗੱਲ ਕਰਦੇ ਸੀ ਕਿ ਇੰਡੀਅਨ ਗਵਰਨਮੈਂਟ ਨੇ, ਜਗਮੀਤ ਸਿੰਘ ਤਾਂ ਭੰਗੜਾ ਪਾਉਂਦਾ ਫਿਰਦਾ, ਜਿੱਦਾਂ ਉਹ ਗੇ ਐਂਡ ਲੈਸਬੀਅਨ ਦੀ ਪਰੇਡ 'ਚ ਭੰਗੜਾ ਪਾਉਂਦਾ ਹੁੰਦਾ, ਇਸੇ ਤਰ੍ਹਾਂ ਪਾਉਂਦਾ ਫਿਰਦਾ ਸੀ, ਬੜਾ ਖੁਸ਼ ਸੀ ਉਹ। ਹਾਲਾਂਕਿ ਪੱਗ ਦੇ ਮਾਮਲੇ ਤੇ ਇਸ ਬੰਦੇ ਦਾ ਮੂੰਹ ਬੰਦ ਹੋ ਗਿਆ ਜਦੋਂ ਕਿਊਬੈਕ ਦੇ ਵਿੱਚ ਗੱਲ ਚੱਲਦੀ ਸੀ, ਤੇ ਇੰਡੀਆ ਬਾਰੇ ਬੋਲਣ ਲਈ ਤਿਆਰ ਹੁੰਦਾ। ਹੁਣ ਇਸ਼ੂ ਤਾਂ ਆ ਗਈ ਆ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਇਕਸਾਰ ਰਹੇ ਆ ਇਸ ਗੱਲ ਤੇ ਕਿ ਇੰਡੀਅਨ ਗਵਰਨਮੈਂਟ ਦੇ ਕਿਸੇ ਏਜੰਟ ਨੇ ਮਾਰਿਆ, ਉਹਨਾਂ ਨੇ ਪਤਾ ਨਹੀਂ ਕਿਹਨੂੰ ਸਮਝ ਲੈਣਾ, ਕਿਸੇ ਬੰਦੇ ਤੇ ਹੋ ਸਕਦਾ ਹਮਲਾ ਕਰ ਦੇਣ। ਇੱਕ ਪ੍ਰਾਈਮ ਮਿਨਿਸਟਰ ਨੂੰ ਇੰਨਾ ਦਾ ਸੋਚਣਾ ਚਾਹੀਦਾ ਨਾ, ਦੇਖੋ ਇਹ ਬਹੁਤ ਵੱਡਾ ਅਹੁਦਾ ਆ ਜਿਹਦੇ ਤੇ ਬੰਦੇ ਨੂੰ ਸੋਚ ਵਿਚਾਰ ਕੇ ਗੱਲ ਕਰਨੀ ਚਾਹੀਦੀ। ਇਸ ਕਰਕੇ ਨਾ ਕਰ ਦੇਵੇ ਕਿ ਮੇਰੇ ਨਾਲ G20 ਚ ਕੀ ਹੋਇਆ ਜਾਂ ਸਾਡੇ ਰਿਲੇਸ਼ਨ ਨਹੀਂ ਉਹਨਾਂ ਨਾਲ ਵਧੀਆ। ਬਿਜ਼ਨਸ ਕਾਉਂਸਲ ਜਿਹੜੀ ਕੈਨੇਡਾ ਦੀ ਆ ਉਹ ਤਾਂ ਕੱਲ ਹੀ ਉਹਨਾਂ ਨੂੰ ਆਪਣੇ ਮਿਰਗੀ ਪੈ ਗਈ ਹੋਣੀ ਆ ਵੀ ਅਸੀਂ ਸੋਚਦੇ ਸੀ ਵੀ ਸਾਡਾ ਵਪਾਰ ਵਧੂਗਾ, ਇਹ ਸਾਡੇ ਡਿਪਲੋਮੈਟਿਕ ਰਿਲੇਸ਼ਨ ਵੀ ਤੋੜਨ ਨੂੰ ਫਿਰਦੇ। ਅੱਛਾ, ਤੁਸੀਂ ਡਿਪਲੋਮੈਟਿਕ ਰਿਲੇਸ਼ਨਸ ਜਿਹੜੇ ਆ ਉਹ ਰੈਸਪਰੋਸਿਟੀ ਦੇ ਬੇਸਿਸ ਤੇ ਹੁੰਦੇ ਆ, ਜੋ ਤੁਸੀਂ ਕਰੋਗੇ ਉਹੀ ਉਹਨਾਂ ਨੇ ਕਰਨਾ। ਬਿਲਕੁਲ, ਇਹਨਾਂ ਨੇ ਇੱਕ ਬੰਦਾ ਕੱਢਿਆ ਉਹਨਾਂ ਦਾ ਡਿਪਲੋਮੈਟ, ਉਹਨਾਂ ਨੇ ਵੀ ਉਦੋਂ ਹੀ ਕੱਢ ਦਿੱਤਾ। ਅੱਛਾ, ਇਹ ਕੱਲ ਨੂੰ 2 ਕੱਢਣਗੇ, ਉਹ ਵੀ 2 ਕੱਢ ਦੇਣਗੇ। ਤੇ ਇਹਦੇ ਵਿੱਚ ਜਿਹੜਾ ਘਾਟਾ ਪੈਣਾ ਆ ਉਹ ਸਾਡੀ ਕਮਿਊਨਿਟੀ ਨੂੰ, ਜਿੰਨੇ ਬੰਦੇ ਇੱਥੇ ਬੈਠੇ ਆ, ਸਾਨੂੰ ਕਾਉਂਸਲਰ ਸਰਵਿਸਿਜ਼ ਦੀ ਲੋੜ ਪੈਂਦੀ ਆ, ਕਿਉਂਕਿ ਅਸੀਂ ਜਾਣੇ ਆ ਸਾਡੇ ਘਰ ਬਾਰ ਆ ਉੱਥੇ, ਸਾਡੀ ਪਰਿਵਾਰ ਆ ਉੱਥੇ, ਅਸੀਂ ਨਿਤ ਜਾਂਦੇ ਆ, ਵਾਪਸ ਜਾਂਦੇ ਆ ਹਿੰਦੁਸਤਾਨ ਨੂੰ, ਤਾਂ ਉਸ ਵੇਲੇ ਸਾਨੂੰ ਸਾਰੇ ਇੰਡੀਅਨ ਮਿਸ਼ਨਸ ਦੀ ਲੋੜ ਪੈਂਦੀ ਹੈ। ਜੇ ਇਸ ਤਰ੍ਹਾਂ ਕਰਦਿਆਂ ਤੇ ਉਹ ਡਿਪਲੋਮੈਟਿਕ ਰਿਲੇਸ਼ਨ ਹਰਟ ਹੋਣ, ਸਾਡੇ ਖਰਾਬ ਹੋ ਜਾਣ, ਉਹਨਾਂ ਦੇ ਵਿੱਚ ਹੋ ਸਕਦਾ ਬ੍ਰੇਕਡਾਊਨ ਆ ਜਾਵੇ, ਤਾਂ ਇਹਦੇ ਵਿੱਚ ਸਫਰ ਕੌਣ ਕਰੂਗੀ? ਸਾਡੀ ਕਮਿਊਨਿਟੀ ਕਰੂਗੀ। ਬਿਲਕੁਲ, ਇਹ ਬਹੁਤ ਸੋਚਣ ਵਾਲੀਆਂ ਗੱਲਾਂ ਆ ਜਿਹੜੀਆਂ ਕਿ ਪ੍ਰਾਈਮ ਮਿਨਿਸਟਰ ਨੂੰ ਜਾਂ ਉਹਨਾਂ ਦੇ ਐਡਵਾਈਜ਼ਰਸ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਵੀ ਚਲੋ ਤੁਸੀਂ ਤਾਂ ਸੋਚਣ ਵਾਲੇ ਹੈ ਨਹੀਂ, ਤਾਂ ਤੁਹਾਨੂੰ ਆਹ ਗੱਲਾਂ ਕਰਨ ਤੋਂ ਪਹਿਲਾਂ ਆਪਣੇ ਕਹਿੰਦੇ ਨੇ ਨਾ ਮੂੰਹ ਤੋਂ ਬੋਲਣ ਤੋਂ ਪਹਿਲਾਂ ਤੋਲੋ ਗੱਲ ਨੂੰ। ਇਹਨਾਂ ਨੇ ਤੋਲੀ ਨਹੀਂ, ਇਹਨਾਂ ਨੇ ਬੋਲਿਆ ਹੀ ਆ, ਬੋਲਿਆ ਬਿਲਕੁਲ। ਤੇ ਉਹਦੇ ਤੇ ਲੋਕਾਂ ਨੂੰ ਰਿਐਕਸ਼ਨ ਦੇਣਾ ਚਾਹੀਦਾ ਵੀ ਇਹ ਜਿਹੜੀ ਗੱਲ ਤੁਸੀਂ ਕਹੀ ਆ ਇਹ ਤੇ ਤਹਿਲਕਾ ਮਚ ਗਿਆ, ਇਹਨੂੰ ਪਹਿਲਾਂ ਤੋਲੋ ਵੀ ਗੱਲ
ਤੁਸੀਂ ਕਹਿ ਕਿੱਦਾਂ ਦਿੱਤੀ ਹੈ? ਜਾਂ ਨੂੰ ਹੁਣ ਪੁਖਤਾ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਓ ਵੀ ਫਲਾਂ ਆ ਕੁਝ ਹੋਇਆ, ਜਿਵੇਂ ਤੁਸੀਂ ਪਹਿਲਾਂ ਉਹ ਵੀ ਤੁਸੀਂ ਕਰ ਸਕਦੇ ਆ, ਪਰ ਪੁਖਤਾ ਰੂਪ ਦੇ ਵਿੱਚ ਤੁਸੀਂ ਜੱਜ ਨੂੰ ਹੀ ਦੇ ਸਕਦੇ ਆ। ਤੁਸੀਂ ਤਾਂ ਜੱਜ ਨਹੀਂ ਨਾ, ਜਸਟਿਨ ਟਰੂਡੋ ਤਾਂ ਕੋਈ ਜੱਜ ਨਹੀਂ ਆ। ਇਹਨਾਂ ਨੇ ਪੁਖਤਾ ਸਬੂਤ ਹੈਗੇ ਆ ਤਾਂ ਆਰਸੀਐਮਪੀ ਨੂੰ ਦਿਓ ਜੀ, ਜਿਹੜੀ ਇਨਵੈਸਟੀਗੇਸ਼ਨ ਕਰ ਰਹੀ। ਇਹ ਜੇ ਪੁਖਤਾ ਸਬੂਤ ਹੁੰਦੇ ਤੁਹਾਨੂੰ ਪਬਲਿਕ ਜਾਣ ਦੀ ਲੋੜ ਨਹੀਂ ਹੁੰਦੀ ਉੱਥੇ। ਤੁਸੀਂ ਕਹੋ ਵੀ ਅਸੀਂ ਪਬਲਿਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਹੈ, ਸਾਨੂੰ ਆਹ ਸਬੂਤ ਲੱਭਾ ਨਹੀਂ। ਇਹ ਬਿਲਕੁਲ ਗਲਤ ਗੱਲ ਹੈ। ਇਨਵੈਸਟੀਗੇਸ਼ਨ ਏਜੰਸੀ ਇਹੀ ਚਾਹੁੰਦੀ ਹੁੰਦੀ ਹੈ ਕਿ ਜਿਹੜਾ ਵੀ ਸਬੂਤ ਮਿਲਦਾ ਤੁਹਾਨੂੰ ਤੁਸੀਂ ਸਾਨੂੰ ਦਿਓ। ਉਹ ਕੰਟੈਕਟ ਕਰਦੇ ਆ ਲੋਕਾਂ ਦੇ ਨਾਲ ਕਿ ਤੁਹਾਨੂੰ ਆਹ ਬੰਦਾ ਪਤਾ ਆ, ਤੁਹਾਨੂੰ ਇਸ ਘਟਨਾ ਤੁਸੀਂ ਕੁਝ ਦੇਖਿਆ। ਉਹ ਇਸੇ ਕਰਕੇ ਫਿਰਦੇ ਹੁੰਦੇ ਸਾਰੇ ਥਾਂ ਤੇ ਕਿ ਕੋਈ ਨਾ ਕੋਈ ਸਾਨੂੰ ਆਪਣੇ ਸਬੂਤ ਮਿਲੇ, ਜਿਹੜਾ ਕਿ ਅਸੀਂ ਫਿਰ ਆਰਸੀਐਮਪੀ ਦਾ ਕੰਮ ਇੰਨਾ ਹੀ ਆ ਵੀ ਸਬੂਤ ਇਕੱਠੇ ਕਰਕੇ ਉਹਨਾਂ ਦਾ ਪੂਰਾ ਲਿੰਕ ਕਰਕੇ ਉਹਨਾਂ ਨੇ ਕਰਾਊਨ ਨੂੰ ਦੇ ਦੇਣੇ ਆ। ਕਰਾਊਨ ਲਾਇਰਸ ਦਾ ਜਿਹੜਾ ਆਫਿਸ ਆ ਉਹ ਡਿਸਾਈਡ ਕਰਦਾ ਫਿਰ ਬੈਠ ਕੇ ਕਿ ਇਹਨੂੰ ਹੁਣ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਣਾ ਜਾਂ ਨਹੀਂ ਜਾਣਾ। ਕੋਰਟ ਨੇ ਜਾ ਕੇ ਪੂਰੀ ਕਾਰਵਾਈ ਸੁਣਨੀ ਹੈ, ਦੋਹਾਂ ਧਿਰਾਂ ਦੇ ਵਕੀਲ ਬੈਠੇ ਹੋਣੇ ਆ, ਸਵਾਲ ਜਵਾਬ ਹੋਣੇ ਆ। ਉੱਥੇ ਜਿਹੜਾ ਜੱਜ ਨੇ ਫੈਸਲਾ ਕਰਨਾ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੂੰ ਮੂੰਹ ਖੋਲਣ ਦੀ ਲੋੜ ਸੀ ਜੀ। ਮੂੰਹ ਖੋਲ ਦਿੱਤਾ ਪਹਿਲਾਂ, ਖੁੱਲਣਾ ਤਾਂ ਚਾਹੀਦਾ ਸੀ। ਜੇ ਇਹ ਗੱਲ ਸੱਚ ਹੋਵੇ, ਜੇ ਮੈਂ ਗੱਲ ਕਰਦਾ ਬਿਲਕੁਲ ਕਰਨੀ ਪੜਨੀ, ਤੇ ਜੇ ਇਹ ਗੱਲ ਸੱਚ ਹੁੰਦੀ ਤੇ ਅੱਜ ਦੀ ਬਚਾਏ ਜਦੋਂ ਵੀ ਇਹ ਮੁਕੱਦਮਾ ਖਤਮ ਹੋਣਾ ਆ, ਜੇ ਉਹ ਗੱਲ ਹੋਵੇ ਕੋਈ ਨਾ ਕੋਈ ਹੋਵੇ, ਕਿਸੇ ਵੀ ਦੇਸ਼ ਨੂੰ ਲਿੰਕ ਕਰਦੇ ਹੋਣ, ਕਿਸੇ ਵਿਅਕਤੀ ਨੂੰ ਲਿੰਕ ਕਰਦੇ ਹੋਣ, ਤੇ ਪ੍ਰਾਈਮ ਮਿਨਿਸਟਰ ਨੂੰ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਕੋਈ ਦੇਸ਼ ਆ ਕੇ ਬੰਦਾ ਮਾਰ ਜਾਵੇ, ਇਹ ਵੱਡੀ ਗੱਲ ਹੈ ਜੀ। ਤਾਂ ਉਹਨਾਂ ਨੂੰ ਪਬਲਿਕ ਦੇ ਵਿੱਚ, ਪਾਰਲੀਮੈਂਟ 'ਚ ਬੋਲਣਾ ਚਾਹੀਦਾ, ਡਿਪਲੋਮੈਟਿਕਲੀ ਬੋਲਣਾ ਚਾਹੀਦਾ। ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਚੱਲ ਰਿਹਾ, ਉੱਥੇ ਜਾ ਕੇ ਬੋਲਣਾ ਚਾਹੀਦਾ ਕਿ ਆਹ ਕੀ ਹੋ ਰਿਹਾ। ਪਰ ਇਹ ਅਕਲ ਨਾਲ ਗੱਲਾਂ ਹੁੰਦੀਆਂ। ਜੇ ਪ੍ਰਾਈਮ ਮਿਨਿਸਟਰ ਨੂੰ ਕੋਈ ਅਕਲ ਦਾ ਧੇਲਾ ਨਹੀਂ ਹੈ ਨਾ, ਉਹਨਾਂ ਤੋਂ ਆਸ ਨਹੀਂ ਰੱਖ ਸਕਦੇ ਵੀ ਇਸ ਵੱਡੀ ਗੱਲ ਨੂੰ ਵੱਡੇ ਪੱਧਰ ਤੇ ਕਿਵੇਂ ਕਰੀ ਜਾਂਦਾ। ਬਿਲਕੁਲ ਜੀ। ਡਾਕਟਰ ਸਾਹਿਬ, ਲਿਬਰਲ ਸਰਕਾਰ ਵਾਅਦੇ ਦੇ ਬਾਵਜੂਦ ਕੈਨੇਡਾ ਵਿੱਚ ਵਿਦੇਸ਼ੀ ਏਜੰਟਾਂ ਦੀ ਰਜਿਸਟਰੀ ਸਥਾਪਿਤ ਕਰਨ ਦੇ ਵਿੱਚ ਲਈ ਕੋਈ ਸਮਾਂ ਸੀਮਾ ਜਿਹੜੀ ਆ ਉਹਨੇ ਤੈਅ ਨਹੀਂ ਕੀਤੀ ਜੀ, ਕਿਉਂ? ਹੁਣੇ ਅਸੀਂ ਗੱਲ ਕਰਦੇ ਸੀ ਕਿ ਦੇਖੋ ਇੱਕ ਪਾਰਟੀ ਦੇ ਐਲੀਗੇਸ਼ਨਸ ਲੱਗੇ ਆ, ਔਰ ਜਿਨ੍ਹਾਂ ਨੂੰ ਇਹਨਾਂ ਸੂ ਕਰਨ ਲੱਗੇ ਸੀ ਗਲੋਬਲ ਵਾਲਿਆਂ ਨੂੰ ਕਿ ਤੁਸੀਂ ਐਲੀਗੇਸ਼ਨਸ ਲਾ ਰਹੇ ਆ, ਸਾਡੇ ਐਮਪੀਜ਼ ਨੂੰ ਕਿਵੇਂ ਚਾਈਨਾ ਨੇ ਜਿਤਾਇਆ, ਦੂਸਰਿਆਂ ਨੂੰ ਕਿਵੇਂ ਹਰਾਇਆ, ਔਰ ਗਲੋਬਲ ਵਾਲਿਆਂ ਨੇ ਸ਼ਰੇਆਮ ਕਿਹਾ ਕਿ ਅਸੀਂ ਤਾਂ ਪਿੱਛੇ ਖੜੇ ਆ ਸਟੋਰੀ ਦੇ, ਤੁਸੀਂ ਸਾਨੂੰ ਜਿਹੜੀ ਮਰਜ਼ੀ ਕੋਰਟ ਚ ਲੈ ਜਾਓ। ਉਹ ਤੋਂ ਫਿਰ ਚੁੱਪ ਕਰ ਗਏ। ਹੁਣ ਚੁੱਪ ਕਰਕੇ ਕਈ ਪਖੰਡ ਕੀਤੇ ਵੀ ਇਨਕੁਆਰੀ ਨਾ ਹੋਵੇ, ਹੁਣ ਇਨਕੁਆਰੀ ਵੀ ਕਰਨ ਲੱਗੇ। ਸਭ ਤੋਂ ਪਹਿਲਾਂ ਰੌਲਾ ਪਾਉਣ ਲੱਗੇ ਸੀ ਇਹ ਵੀ ਸਾਨੂੰ ਸਮਾਂ ਦਿਓ, ਅਸੀਂ ਜਿਹੜੇ ਫੋਰਨ ਲੌਬੀਇਸਟ ਆ ਉਹਨਾਂ ਦੀ ਲੌਬੀ ਰਜਿਸਟਰੀ ਕਰਾ ਦੇਣੀ ਹੈ, ਜਿਹੜਾ ਯੂਐਸ ਦੇ ਵਿੱਚ ਹੈਗੀ ਆ। ਕੋਈ ਵੱਡੀ ਗੱਲ ਨਹੀਂ ਹੈ, ਯੂਐਸ ਵਾਲਿਆਂ ਦੇ ਕੋਲ ਰਜਿਸਟਰੀ ਹੈਗੀ ਆ, ਉਹਨਾਂ ਨੂੰ ਕਾਪੀ ਕਰ ਲਓ, ਕੋਈ ਗੱਲ ਨਹੀਂ ਵੱਡੀ। ਤੁਸੀਂ ਜਿਹੜਾ ਵੀ ਬੰਦਾ ਇੱਥੇ ਫੋਰਨ ਕੰਟਰੀ ਲਈ ਲੌਬੀ ਕਰਦਾ, ਉਹਨਾਂ ਦੀਆਂ ਐਕਟੀਵਿਟੀਜ਼ ਦੇਖਣੀਆਂ ਆ, ਉਹਨਾਂ ਨੇ ਕੀ ਕਰਦੇ ਕੀ ਨਹੀਂ ਕਰਦੇ, ਉਹਨੂੰ ਮੋਨੀਟਰ ਕਰਨਾ ਆ। ਤਾਂ ਪਹਿਲਾਂ ਲੌਬੀ ਕ੍ਰੀਏਟ ਕਰੋਗੇ, ਲੌਬੀ ਇੱਕ ਫਾਈਲ ਕ੍ਰੀਏਟ ਕਰੋਗੇ ਤਾਂ ਹੀ ਪਤਾ ਲੱਗੂਗਾ। ਹੁਣ ਇਸ ਵੇਲੇ ਤਾਂ ਪਤਾ ਹੀ ਨਹੀਂ ਕੌਣ ਕੀ ਕਰ ਰਿਹਾ। ਤੇ ਇਹਦੇ ਵਿੱਚ ਜੇ ਇਹਨਾਂ ਨੂੰ ਸੱਚੀ ਫੋਰਨ ਇੰਟਰਫੀਰੈਂਸ ਦਾ ਇੰਨਾ ਫਿਕਰ ਪਿਆ ਆ, ਪਾਰਲੀਮੈਂਟ 'ਚ ਉੱਠ ਕੇ ਬੋਲ ਰਹੇ ਆ, ਤਾਂ ਸਭ ਤੋਂ ਪਹਿਲਾਂ ਫੋਰਨ ਏਜੰਟਸ ਦੀ ਲੌਬੀ ਰਜਿਸਟਰੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਸੀ। ਅੱਜ ਤਾਈਂ ਕਿਉਂ ਨਹੀਂ ਬਣਾਈ, ਇਹ ਵੀ ਇੱਕ ਸਵਾਲ ਹੈ ਕਿ ਦੱਸੋ ਕਿਹੜੇ ਕਿਹੜੇ ਬੰਦਿਆਂ ਨੂੰ ਤੁਸੀਂ ਬਚਾਉਣ ਲੱਗੇ ਆ। ਬਾਕੀ ਜਿਹੜੇ ਜੇ ਉਹ ਲੌਬੀ ਰਜਿਸਟਰੀ ਹੁੰਦੀ ਤੁਹਾਡੇ ਤੋਂ, ਉਹਦੇ ਨਾਲ ਤੁਹਾਨੂੰ ਇੰਟੈਲੀਜੈਂਸ ਕਰਨੀ ਹੋਰ ਵੀ ਸੌਖੀ ਹੋ ਜਾਂਦੀ, ਤੁਹਾਨੂੰ ਆਇਡੈਂਟੀਫਾਈ ਹੋ ਜਾਂਦੇ ਬੰਦੇ ਕਿ ਆਹ ਬੰਦੇ ਕਿਹੜੀ ਕੰਟਰੀ ਲਈ ਕੀ ਕਰ ਰਹੇ, ਉਹਨਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਦੇਖਦੇ ਆ, ਉਹ ਆਪ ਕੀ ਕਰਦੇ, ਕਿਹੜੇ ਬੰਦਿਆਂ ਨੂੰ ਮਿਲਦੇ ਆ, ਉਹ ਆਪਣੀ ਸਰਕਾਰ ਨਾਲ ਕੀ ਗੱਲ ਕਰਦੇ ਆ, ਉਹਨਾਂ ਦੀ ਸਰਕਾਰ ਦੇ ਕਿਹੜੇ ਕਿਹੜੇ ਬੰਦੇ ਇਹਨਾਂ ਨੂੰ ਮਿਲਦੇ ਆ। ਇਹ ਸਭ ਕੁਝ ਸੌਖਾ ਹੋ ਜਾਂਦਾ। ਪਰ ਹੋਣਾ ਤਾਂ ਹੀ ਆ ਜੇ ਤੁਸੀਂ ਪਹਿਲਾਂ ਕਹੀ ਜਾਂਦੇ ਉਦੋਂ ਦੇ, ਹੁਣ ਉੱਠ ਕੇ ਤੁਸੀਂ ਇੱਕ ਬਿਲਕੁਲ ਜਿਹੜੀ ਕਿ ਇੱਕ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਵੀ ਇਹੋ ਜਿਹੀ ਗੱਲ ਕੀਤੀ ਤੁਸੀਂ।
ਜਿਹੜੀਆਂ ਗੱਲਾਂ ਕਰਨ ਵਾਲੀਆਂ ਆ ਉਹ ਤਾਂ ਕੀਤੀਆਂ ਨਹੀਂ। ਇਨਕੁਆਰੀ ਤੇ ਤੁਸੀਂ ਸਾਲ ਲਾਤਾ, ਤੁਹਾਨੂੰ ਅਖੀਰ ਦੇ ਵਿੱਚ ਜਦੋਂ ਹੱਥ ਛੱਡਣਾ ਹੀ ਪਿਆ ਸਭ ਕੁਝ ਇਹਨਾਂ ਨੂੰ, ਅਖੀਰ ਦੇ ਵਿੱਚ ਇਨਕੁਆਰੀ ਬਿਠਾ ਲਈ ਆ। ਅਜੇ ਇਨਕੁਆਰੀ ਕਮਿਸ਼ਨ ਨੇ ਆਪਣਾ ਕੰਮ ਸ਼ੁਰੂ ਨਹੀਂ ਕੀਤਾ। ਜਸਟਿਸ ਔਗ ਨੇ ਅਜੇ ਸਟਾਫ ਲੈਣਾ ਆ, ਉਹਨਾਂ ਨੂੰ ਮੈਂਡੇਟ ਤਾਂ ਦੇਤੀ, ਇਹਨਾਂ ਸਟਾਫ ਲਾਉਣਾ, ਉਹਨਾਂ ਨੂੰ ਫਾਈਨੈਂਸ਼ੀਅਲ ਏਡ ਸ਼ੁਰੂ ਕਰਨੀ ਆ, ਕਿਹੜੇ ਰਿਸਰਚਰ ਰੱਖਣੇ ਉਹਨਾਂ ਨੇ, ਕਿੰਨਾ ਚਿਰ ਉਹਨਾਂ ਨੇ ਲਾਉਣਾ ਇਹ ਇਨਕੁਆਰੀ ਨੂੰ ਪੂਰਾ ਕਰਨ ਲਈ ਜੀ, ਉਹ ਤਾਂ ਹਲੇ ਸ਼ੁਰੂ ਹੋਣੀ ਆ ਗੱਲ। ਇਸ ਵੇਲੇ ਜਿਹੜੀ ਲੌਬੀਇਸਟ ਰਜਿਸਟਰੀ ਦੀ ਗੱਲ ਕਰਦੇ ਸੀ, ਇਹ ਉਦੋਂ ਵੀ ਪਹਿਲਾਂ ਦੀ ਗੱਲ ਕਰਦੇ। ਜੇ ਉਦੋਂ ਦੀ ਜੇ ਗੱਲ ਕਰਦੇ ਆ ਤਾਂ ਫਿਰ ਪੂਰੀ ਕਰ ਦਿੰਦੇ। ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਇੱਕ ਪ੍ਰਾਈਮ ਮਿਨਿਸਟਰ ਨੂੰ, ਪਾਰਟੀ ਨੂੰ ਪਾਵਰ ਦੇ ਵਿੱਚ, ਉਹ ਤਾਂ ਕੀਤੀਆਂ ਨਹੀਂ। ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਕਰ ਰਹੇ। ਕਿਉਂ ਕਰ ਰਹੇ ਆ ਇਹ ਤੇ ਤੁਹਾਨੂੰ ਦੇਖਣਾ ਪੈਣਾ ਵੀ ਇਹਨਾਂ ਦੀ ਪਪੂਲੈਰਿਟੀ ਕਿੱਧਰ ਨੂੰ ਜਾ ਰਹੀ ਹੈ। ਇਹਨਾਂ ਨੂੰ ਇਲੈਕਸ਼ਨ ਦਾ ਜ਼ਿਆਦਾ ਫਿਕਰ ਹੈ ਕਿ ਦੇਸ਼ ਦਾ ਜ਼ਿਆਦਾ ਫਿਕਰ ਹੈ? ਲੋੜ ਹੋਣਾ ਨਾ ਜੀ, ਉਹਨਾਂ ਨੂੰ ਹੁਣ ਲੋੜ ਹੈ ਤੇ ਫਿਰ ਨਚਲੀ ਉਹ ਹੋਣੀ ਕਰਨਗੇ। ਇਹਨਾਂ ਚਿਰ ਅੜੀਕ ਕਰਨੀ ਬਹੁਤ ਔਖੀ ਹੈ। ਪਰ ਦੇਖੋ, ਇਹ ਫੋਰਨ ਪਾਲਿਸੀ ਤੇ ਤਕਰੀਬਨ ਤੁਸੀਂ ਕਿਸੇ ਦੇਸ਼ ਦੇ ਵਿੱਚ ਵੀ ਦੇਖ ਲਓ ਕਿ ਬਹੁਤੀਆਂ ਪਾਰਟੀਆਂ ਇਦਾਂ ਦੇਖਦੀਆਂ ਵੀ ਸਾਡੇ ਦੇਸ਼ ਦਾ ਹਿੱਤ ਕੀ ਹੈ। ਸਾਡੇ ਦੇਸ਼ ਦਾ ਹਿੱਤ ਫਰਜ਼ ਤਾਂ ਇਹੀ ਬਣਦਾ, ਉਹਨੂੰ ਪਹਿਲਾਂ ਰੱਖੋ, ਪਾਰਟੀ ਦਾ ਹਿੱਤ ਸੈਕੰਡਰੀ ਹੈ। ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਦੇ ਉਸ ਪਾਰਟੀ ਨੇ ਪਾਵਰ ਚ ਆਉਣਾ, ਕਦੇ ਉਸ ਪਾਰਟੀ ਨੇ ਪਾਵਰ ਚ ਆਉਣਾ। ਇਹ ਕੱਲ ਆਏ ਆ, ਇਹਨਾਂ ਨੇ ਚੱਲ ਜਾਣਾ, ਦੂਸਰੇ ਨਵੇਂ ਨੇ ਆਉਣਾ, ਉਹਨਾਂ ਨੇ ਵੀ ਚੱਲ ਜਾਣਾ, ਕੋਈ ਵੱਡੀ ਗੱਲ ਨਹੀਂ ਹੈ। ਪਰ ਇਸ ਦੇਸ਼ ਨੇ ਤਾਂ ਇੱਥੇ ਰਹਿਣਾ, ਇਹਦੇ ਹਿੱਤ ਵੀ ਇੱਥੇ ਰਹਿਣੇ। ਦੇਖੋ, ਉਹਨਾਂ ਹਿੱਤਾਂ ਦੀ ਪਾਲਣਾ ਕਰਨ ਲਈ ਕੁਝ ਕਦਮ ਚੁੱਕਣੇ ਬਹੁਤ ਜ਼ਰੂਰੀ ਆ, ਤੇ ਉਹਨਾਂ ਕਦਮਾਂ ਦੇ ਵਿੱਚ ਇੱਕ ਲੌਬੀਇਸਟ ਦੀ ਰਜਿਸਟਰੀ ਜ਼ਰੂਰੀ ਹੈ। ਜੇ ਤੁਸੀਂ ਇਹ ਚਾਹੁੰਦੇ ਆ ਕਿ ਫੋਰਨ ਇੰਟਰਫੀਅਰੈਂਸ ਨੂੰ ਅਸੀਂ ਆਬਜ਼ਰਵ ਕਰਨਾ ਆ, ਜੇ ਕੋਈ ਜ਼ਿਆਦਾ ਹੀ ਦੇਸ਼ ਵੱਧ ਰਹੇ ਆ, ਉਹਨਾਂ ਨੂੰ ਰੋਕਣਾ ਕਿੱਦਾਂ ਆ, ਤੇ ਉਹਦੇ ਵਿੱਚ ਪਹਿਲਾ ਕਦਮ ਇਹੀ ਆ ਜੀ। ਸੋ ਡਾਕਟਰ ਸਾਹਿਬ, ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦਾ ਇੱਕ ਉਮੀਦਵਾਰ ਹੈ ਰਾਮਾ ਸਵਾਮੀ। ਉਹ ਕਹਿ ਰਿਹਾ ਕਿ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ H1B ਵੀਜ਼ਾ ਜਿਹੜਾ ਉਹਨੂੰ ਮੈਂ ਬੰਦ ਕਰ ਦੂੰਗਾ ਜੀ। ਉਹ ਇਦਾਂ ਦੇਖਦੇ ਆ ਵੀ ਜਿਹੜੀ, ਕਿਉਂਕਿ ਇੱਕ ਗਰੁੱਪ H1 ਵੀਜ਼ਾ ਦੇ ਵਿੱਚ ਉਹ ਬੰਦੇ ਆਉਂਦੇ ਆ ਜਿਨ੍ਹਾਂ ਦੇ ਕੋਲ ਡਿਗਰੀਆਂ ਕੀਤੀਆਂ, ਜਿਹੜੇ ਇੰਜੀਨੀਅਰਸ ਜਾਂ ਡਾਕਟਰਸ ਜਾਂ ਪ੍ਰੋਫੈਸ਼ਨਲ ਬੰਦੇ ਬੇਸਿਕਲੀ। ਜਿਹੜੀਆਂ ਕੰਪਨੀਆਂ US ਦੇ ਵਿੱਚ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਬੰਦੇ ਇੱਥੇ ਨਹੀਂ ਲੱਭਦੇ ਜਾਂ ਇੱਥੇ ਮਹਿੰਗੇ ਲੱਗਦੇ ਉਹਨਾਂ ਨੂੰ, ਜ਼ਿਆਦਾ ਤਾਂ ਇਹ ਪ੍ਰੋਬਲਮ ਹੈ ਨਾ ਜੀ। ਇੱਥੇ ਉਹਨਾਂ ਨੂੰ ਕੋਈ ਕੰਪਿਊਟਰ ਸਾਇੰਟਿਸਟ ਜਿਹੜਾ ਆ ਉਹ ਮਹਿੰਗਾ ਮਿਲਣਾ ਹੈ ਜੀ, ਤਾਂ ਉਦਾਂ ਦੇ 3 ਇੰਡੀਆ ਤੋਂ ਲੈ ਆਉਂਦੇ ਆ। ਤਾਂ ਉਹਨੂੰ ਵਿੱਚ ਜਿਹੜੀ ਪ੍ਰੋਫੈਸ਼ਨਲਜ਼ ਐਸੋਸੀਏਸ਼ਨਸ ਆ ਇੱਥੇ, ਉਹ ਵਾਕਿਆ ਹੀ ਇਹ ਕਹਿੰਦੀਆਂ ਵੀ ਇਹ ਗੁਲਾਮੀ ਕਰਾਉਂਦੇ ਆ। ਕਿਉਂਕਿ ਜਿਹੜਾ ਬੰਦਾ ਨਵਾਂ ਆਇਆ ਉਹਨੂੰ ਇੱਕ ਤਾਂ ਤਨਖਾਹ ਘੱਟ ਦੇਣੀ ਆ, ਦੂਸਰਾ ਉਹਨੇ ਰੌਲਾ ਨਹੀਂ ਪਾਉਣਾ, ਜਿੰਨਾ ਚਿਰ ਮਰਜ਼ੀ ਲਾਈ ਚਲੋ, ਦਿਨੇ ਰਾਤ ਉਹ ਕੰਮ ਕਰਦੇ। ਬਿਲਕੁਲ। ਤੇ ਉਹਨਾਂ ਨੂੰ ਉਸ ਪ੍ਰੋਫੈਸ਼ਨ ਨੂੰ ਖੁਸ਼ ਕਰਨ ਲਈ, ਅੱਛਾ ਬਾਕੀ ਜਿਹੜੇ ਦੂਜੇ ਬੰਦੇ ਆ ਉਹਨਾਂ ਦੇ ਕੰਪੀਟੀਸ਼ਨ 'ਚ ਉਹਨਾਂ ਨੂੰ ਵੀ ਖੁਸ਼ ਕਰਦੇ ਆ ਵੀ ਜੇ ਇਹ ਬੰਦ ਕਰਾਂਗੇ ਤਾਂ ਫਿਰ ਤੁਸੀਂ ਆਪਣੀ ਤਨਖਾਹ ਅੱਛੀ ਲੈ ਸਕਦੇ ਆ। ਕਿਉਂਕਿ ਹੁਣ ਲੋਕੀ ਡਰਦੇ ਆ ਨਾ ਜੀ, ਜੇ ਕੋਈ ਅਮਰੀਕਨ ਗ੍ਰੈਜੂਏਟ ਆ, ਅਗਲਾ ਕਹਿੰਦਾ ਯਾਰ ਮੇਰੀ ਜਗ੍ਹਾ ਤੇ ਇਹਨਾਂ ਨੇ ਟਰਕੀ ਤੋਂ 2 ਬੰਦੇ ਲੈ ਆਉਣੇ, ਇੰਡੀਆ ਤੋਂ 3 ਬੰਦੇ ਲੈ ਆਉਣੇ, ਤੇ ਮੇਰੀ ਤਾਂ ਜੌਬ ਜਾਂਦੀ ਲੱਗੀ ਹੈ, ਮੈਂ ਉਹਨੇ ਪੈਸੇ ਮੰਗ ਨਹੀਂ ਸਕਦਾ। ਬਿਲਕੁਲ। ਤੇ ਉਹਨਾਂ ਸਾਰਿਆਂ ਬੰਦਿਆਂ ਨੂੰ, ਪ੍ਰੋਫੈਸ਼ਨਲਜ਼ ਨੂੰ ਅਪੀਲ ਕਰ ਰਹੇ ਆ। ਤੇ ਜਿਹੜੇ ਲੁੱਟ ਵੀ ਹੋ ਰਹੇ ਉਹਨਾਂ ਨੂੰ, ਮਤਲਬ ਜਿਹੜੀ ਲੈਂਗੁਏਜ ਆ ਉਹ ਤਾਂ ਇਦਾਂ ਯੂਜ਼ ਕਰਦੇ ਆ ਵੀ ਦੇਖੋ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਆ ਇੱਥੇ, ਤਾਂ ਇਹ ਮੈਂ ਗੁਲਾਮੀ ਦੇ ਅਗੇਂਸਟ ਆ। ਉਸੇ ਜਿਸੇ ਦਿਨ ਇਹਨਾਂ ਨੇ ਬਿਆਨ ਦਿੱਤਾ ਆ, ਉਦੋਂ ਹੀ ਇਹਨਾਂ ਨੂੰ ਦੀ ਜਾਂਚ ਜਿਹੜੀ ਰਿਪੋਰਟਰਸ ਉਹਨਾਂ ਨੇ ਕੱਢ ਲਿਆ। ਜਿਹੜੀ ਇਹਨਾਂ ਦੀ ਖੁਦ ਬਣਾਈ ਕੰਪਨੀ ਸੀ, ਉਹਨੇ 29 ਵਾਰ ਬੰਦੇ ਮੰਗਾਏ ਆ H1 ਵੀਜ਼ਾ ਤੇ ਇੰਡੀਆ ਤੋਂ ਜੀ। ਜਿਹੜੇ ਬੰਦੇ ਦੀ ਕੰਪਨੀ ਨੇ ਪੂਰਾ ਫਾਇਦਾ ਉਠਾਇਆ ਉਸ ਦਾ, ਉਹ ਬੰਦਾ ਅੱਜ ਉੱਠ ਕੇ ਕਵੇ ਮੈਂ ਇਹਦੇ ਖਿਲਾਫ ਆ ਨਾ, ਇਹ ਗੱਲ ਜੱਚਦੀ ਨਹੀਂ। ਇੰਪਲੋਇਮੈਂਟ ਆਪਣੇ ਅਫਰਮੇਟਿਵ ਐਕਸ਼ਨ ਦੇ ਅਗੇਂਸਟ ਸੀਗੇ, ਰਿਜ਼ਰਵੇਸ਼ਨ ਦੇ ਅਗੇਂਸਟ ਸੀਗੇ, ਉਹ ਖੁਦ ਲਈ ਇਹਨਾਂ ਨੇ। ਜਿਹੜੀ ਜਾਰਜ ਸੋਰੋਸ ਦੀ ਬਣਾਈ ਆ ਸਕਾਲਰਸ਼ਿਪ, ਉਹ ਬਣਾਈ ਤਾਂ ਉਹਨਾਂ ਅਫਰਮੇਟਿਵ ਐਕਸ਼ਨ ਲਈ ਆ ਜਿਹੜੇ ਇਮੀਗ੍ਰੈਂਟਸ ਦੇ ਬੱਚਿਆਂ ਦੇ ਕੋਲ ਪੈਸੇ ਹੈ ਨਹੀਂ,
ਤਾਂ ਉਹ ਵੈਸੇ ਹੁਸ਼ਿਆਰ ਆ, ਜਾਣਾ ਚਾਹੁੰਦੇ ਆਈਵੀ ਲੀਗ ਯੂਨੀਵਰਸਿਟੀਜ਼ ਨੂੰ ਜੀ। ਇਹਨਾਂ ਨੇ ਉਹਦਾ ਫਾਇਦਾ ਉਠਾਇਆ ਜਦੋਂ ਕਿ ਇਹਨਾਂ ਦੀ ਇਨਕਮ ਬਹੁਤ ਸੀ, ਇਹਨਾਂ ਦੇ ਪੇਰੈਂਟਸ ਦੀ ਵੀ ਇਨਕਮ ਬਹੁਤ ਸੀ, ਇਹਨਾਂ ਨੂੰ ਲੋੜ ਨਹੀਂ ਸੀ। ਇਹ ਉਹਨਾਂ ਬੱਚਿਆਂ ਚੋਂ ਨਹੀਂ ਆ। ਰਾਮਾ ਸਵਾਮੀ ਉਹ ਗੱਲਾਂ ਕਰ ਰਹੇ ਆ ਜਿਹੜੀਆਂ ਕਿ ਖੁਦ ਉਹਨਾਂ ਨੇ ਆਪਣੇ ਆਪ ਪਰਸਨਲੀ ਤਾਂ ਉਹਨਾਂ ਦਾ ਫਾਇਦਾ ਉਠਾਇਆ, ਪਰ ਪੋਲਿਟਿਕਸ ਦੇ ਵਿੱਚ ਸਟੈਂਡ ਲੈਣਾ ਹੈ। ਤਾਂ ਅੱਜ ਕੱਲ ਮੀਡੀਆ ਉਦੋਂ ਹੀ ਕੱਢ ਦਿੰਦਾ, ਦੇਖ ਲੈਂਦੇ ਕਿ ਭਾਈ ਤੂੰ ਕਰਦਾ ਕੀ ਰਿਹਾ ਤਾਂ ਹੁਣ ਕਹਿਣਾ ਕੀ ਹੈ ਜੀ। ਤੇ ਹੁਣ ਵੈਸੇ ਵੀ ਡੈਸਪਰੇਟ ਹੋਏ ਆ, ਕੋਸ਼ਿਸ਼ ਆ ਉਹਨਾਂ ਦੀ ਬਹੁਤ ਕਿ ਡੋਨਲਡ ਟਰੰਪ ਦੇ ਖਿਲਾਫ ਨਾ ਕੋਈ ਗੱਲ ਨਿਕਲ ਜਾਵੇ। ਚਲੋ ਪਹਿਲੀ ਟਵੀਟ ਜਿਹੜੀ ਉਹਨਾਂ ਦੀ ਪਹਿਲਾਂ ਨਿਕਲ ਆਈ ਸੀ ਉਦੋਂ, ਤੇ ਜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨਹੀਂ ਤਾਂ ਮੈਨੂੰ ਕੋਈ ਮੰਤਰੀ ਮੰਡਲ ਦੇ ਵਿੱਚ ਲੈ ਲੈਣਗੇ, ਤਾਂ ਮੇਰਾ ਖਿਆਲ ਲੈ ਵੀ ਲੈਣਗੇ ਜੇ ਇਸ ਤਰ੍ਹਾਂ ਹੀ ਚਮਚੀ ਮਾਰਦੇ ਰਹਿਣ। ਬਿਲਕੁਲ ਜੀ। ਡਾਕਟਰ ਸਾਹਿਬ, ਹੁਣ ਤੱਕ ਅਸੀਂ ਸੁਣਦੇ ਰਹੇ ਹਾਂ ਕਿ ਜੋ ਬਾਈਡਨ ਦਾ ਗ੍ਰਾਫ ਜਿਹੜਾ ਉਹ ਬਹੁਤ ਥੱਲੇ ਨੂੰ ਜਾ ਰਿਹਾ ਸੀ, ਪਰ ਹੁਣ CBS ਨਿਊਜ਼ ਦੀ ਇੱਕ ਤਾਜ਼ਾ ਪੋਲ ਕਹਿ ਰਹੀ ਹੈ ਕਿ ਕੁੱਲ ਜਿਹੜੇ ਰਜਿਸਟਰਡ ਵੋਟਰ ਹੈ ਉਹਨਾਂ ਦਾ 1/3 ਇਹ ਬਣਦਾ ਹੈ ਕਿ ਜੇ ਬਾਈਡਨ ਦੁਆਰਾ ਜਿੱਤਿਆ ਤਾਂ ਪੂਰਾ ਕਾਰਜਕਾਲ ਵੀ ਆਦਾ ਪੂਰਾ ਕਰੂਗਾ ਜੀ। ਇਹ ਪੋਜ਼ਿਟਿਵ ਜੀ ਖਬਰ। ਹਾਂ, ਉਹਨਾਂ ਨੇ ਕਿਹਾ ਤਿੰਨਾਂ ਦੇ ਵਿੱਚੋਂ ਇੱਕ ਅਮਰੀਕਨ ਜੀ ਸੋਚਦਾ ਆ ਜੀ ਵੀ ਇਹਨਾਂ ਨੇ ਪੂਰੀ ਕਰਨੀ ਆ, ਬਾਕੀ 2 ਬੰਦੇ ਇਹ ਸੋਚਦੇ ਆ ਵੀ ਇਹਨਾਂ ਦੇ ਕੋਲੋਂ ਪੂਰੀ ਹੋਣੀ ਨਹੀਂ। 4 ਸਾਲ ਲਈ ਇਹਨਾਂ ਨੂੰ ਚੁਣਨਾ ਤੇ ਇਹਨਾਂ ਨੇ ਪਹਿਲਾਂ ਹੀ ਡਿਜ਼ਾਈਨ ਕਰਨਾ, ਜਾਂ ਖੁਦਾ ਨਾ ਖਾਸਤਾ ਉਹਨਾਂ ਦੀ ਖਤਮ ਹੋ ਜਾਣਾ ਤੇ ਜਾਂ ਉਹਨਾਂ ਨੇ ਪਹਿਲਾਂ ਰਿਜ਼ਾਈਨ ਕਰ ਦੇਣਾ, ਕਿਉਂਕਿ ਇਹਨਾਂ ਦੇ ਕੋਈ ਕੈਪੇਬਿਲਿਟੀ ਹੈ ਨਹੀਂ। ਹੁਣ ਤੁਰਤ ਉਹ ਹੁਣ ਨਹੀਂ ਸਕਦੇ। ਸੋਚਣੀ ਮੇਰਾ ਖਿਆਲ ਬਹੁਤ ਚਿਰ ਪਹਿਲਾਂ ਦੀ ਛੱਡੀ ਉਹਨਾਂ ਨੇ, ਤੇ ਇਸ ਕਰਕੇ ਜਿਹੜਾ ਹੁਣ ਅਟੈਂਸ਼ਨ ਪੇ ਹੋਣੀ ਹੈ ਨਾ ਇਸ ਇਲੈਕਸ਼ਨ ਦੇ ਵਿੱਚ, ਉਹ ਜ਼ਿਆਦਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਹੋਣੀ ਜੀ। ਹੁਣ ਦੇਖਣਾ ਸ਼ੁਰੂ ਕਰਨਗੇ ਮੀਡੀਆ ਵੀ, ਖਾਸ ਤੌਰ ਤੇ ਲੋਕਾਂ ਦੀ ਪਬਲਿਕ ਓਪੀਨੀਅਨ ਤੇ ਵੀ ਕਮਲਾ ਹੈਰਿਸ ਕੀ ਕਰਦੀ ਹੈ। ਕਿਉਂਕਿ ਜੇ ਲੋਕੀ ਇਹ ਮੰਨਦੇ ਆ ਕਿ ਜੋ ਬਾਈਡਨ ਨੇ ਟਰਮ ਪੂਰੀ ਨਹੀਂ ਕਰਨੀ, ਇਹ ਪਹਿਲਾਂ ਹੀ ਪਤਾ ਉਹਨਾਂ ਨੂੰ ਜੀ। ਤਿੰਨਾਂ ਵਿੱਚੋਂ 2 ਬੰਦੇ ਤਾਂ ਇਹ ਕਰ ਰਹੇ ਕਿ ਇਹਨਾਂ ਨੇ ਟਰਮ ਪੂਰੀ ਨਹੀਂ ਕਰਨੀ। ਸੈਕੰਡ ਬੰਦਾ ਕੌਣ ਪ੍ਰੈਜ਼ੀਡੈਂਟ ਬਣ ਰਹੀ ਹੈ ਜੇ ਇਹਨਾਂ ਨੇ ਛੱਡਿਆ ਤਾਂ ਕਮਲਾ ਹੈਰਿਸ ਹੈ ਵਾਈਸ ਪ੍ਰੈਜ਼ੀਡੈਂਟ। ਤਾਂ ਹੁਣ ਉਹਨੂੰ ਦੇਖਣਗੇ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੇ ਕੈਰੀ ਆਨ ਕਰਦੇ ਆ, ਕਿਉਂਕਿ ਉਹਨਾਂ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਕੁਈਨ ਆਪਣੇ ਸੈਲਡ ਕੁਈਨ ਆ। ਉਹ ਕਹਿੰਦੇ ਕਿ ਸ਼ਬਦਾਂ ਨੂੰ ਏਦਾਂ ਇੱਧਰ ਉੱਧਰ ਮਾਰਦੀ ਆ ਕਿ ਉਹਨਾਂ ਦੇ ਸ਼ਬਦ ਹੀ ਰਹਿ ਜਾਂਦੇ, ਜਦੋਂ ਬੋਲਦੀ ਹੈ ਨਾ ਉਹਨਾਂ 'ਚ ਸ਼ਬਦ ਹੀ ਹੁੰਦੇ, ਉਹਨਾਂ ਦਾ ਮਤਲਬ ਕੋਈ ਨਹੀਂ ਹੁੰਦਾ, ਜੋੜ ਮੇਲ ਨਹੀਂ ਬਣਦਾ ਕੋਈ ਨਹੀਂ। ਉਹਨਾਂ ਕੋਈ ਚੱਕ ਕੇ ਜਿੱਦਾਂ ਅਸੀਂ ਸੈਲਾਡ ਦੇ ਵਿੱਚ ਨਹੀਂ ਹੁੰਦਾ ਮੂਲੀਆਂ ਹੀ ਪਾਉਂਦੇ ਆ, ਗਾਜਰਾਂ ਹੀ ਪਾਉਂਦੇ ਆ, ਟਮਾਟਰ ਵੀ ਪਾਤਾ, ਲੈਟਸ ਵੀ ਪਾਤੀ, ਉਹਨੂੰ ਕਮਲਾ ਹੈਰਿਸ ਨੇ ਇਹ ਕੰਮ ਕੀਤਾ ਹੁੰਦਾ ਜਦੋਂ ਵੀ ਬੋਲਦੀ ਆ ਤੇ ਉਹ ਸੈਲਡ ਬਣਾਈ ਹੁੰਦੀ ਹੈ, ਤੇ ਸੈਲਡ ਦਾ ਮਤਲਬ ਉਹਦੇ ਵਿੱਚ ਕੁਝ ਨਹੀਂ ਨਿਕਲਦਾ ਜੀ। ਸੋ ਇਹ ਇੱਕ ਪੱਧਰ ਤੇ ਤਾਂ ਉਹ ਤੇ ਪ੍ਰੈਸ਼ਰ ਆ। ਦੂਸਰਾ ਇਹ ਵੀ ਵੱਡੀ ਚਿੰਤਾ ਆ, ਖਾਸ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਹਾਇਰ ਅਪਸ ਆ, ਜਿਹੜੇ ਕੰਟਰੋਲ ਕਰਦੇ ਪਾਰਟੀ ਨੂੰ, ਉਹਨਾਂ ਨੂੰ ਹੁਣ ਲੱਗਦਾ ਕਿ ਜੇ 2-3 ਦੇ ਵਿੱਚੋਂ 2 ਬੰਦੇ ਇਹ ਸੋਚਦੇ ਵੀ ਇਹਨਾਂ ਨੇ ਪੂਰਾ ਟਰਮ ਹੀ ਨਹੀਂ ਕੱਟਣੀ, ਤਾਂ ਫਿਰ ਸਾਨੂੰ ਹੋ ਸਕਦਾ ਇੱਕ ਹੋਰ ਕੈਂਡੀਡੇਟ ਲਿਆਉਣਾ ਪਵੇ, ਅਖੀਰ ਤੇ ਲੈ ਕੇ ਆਈ ਅਸੀਂ। ਉਹ ਇੱਕ ਤਾਂ ਉਹ ਹੋ ਗਿਆ। ਦੂਸਰਾ ਉਹਨਾਂ ਨੂੰ ਇਸ਼ੂ ਬਣ ਜਾਂਦੀ ਹੈ ਵੀ ਜੇ ਪਹਿਲਾਂ ਨਹੀਂ ਲੈ ਕੇ ਆਏ ਉਸ ਕੈਂਡੀਡੇਟ ਨੂੰ, ਲੋਕੀ ਬਹੁਤਾ ਨਹੀਂ ਜਾਣਦੇ, ਹੋ ਸਕਦਾ ਸਾਡੇ ਆਪਣੇ ਸਪੋਰਟਰ ਉਹਨੂੰ ਡੋਨਲਡ ਟਰੰਪ ਨੂੰ ਉਹਨਾਂ ਨੇ ਨਹੀਂ ਵੋਟ ਪਾਉਣੀ, ਸਾਨੂੰ ਪਤਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਬੰਦੇ ਜਿਹੜੇ ਆ ਉਹ ਬੜੇ ਕੱਟੜ ਹੈ, ਜਿੱਦਾਂ ਰਿਪਬਲਿਕਨ ਪਾਰਟੀ ਦੇ ਕੱਟੜ ਹੈ। ਉਹਨਾਂ ਨੇ ਡੋਨਲਡ ਟਰੰਪ ਨੂੰ ਨਹੀਂ ਵੋਟ ਪਾਉਣੀ, ਪਰ ਉਹ ਕਿਸੇ ਨੂੰ ਵੀ ਨਹੀਂ ਵੋਟ ਪਾਉਣੀ ਉਹਨਾਂ ਨੇ, ਜੋ ਬਾਈਡਨ ਨੂੰ ਵੀ ਨਹੀਂ ਪਾਉਣੀ, ਜਾਂ ਜਿਹੜਾ ਨਵਾਂ ਬੰਦਾ ਆਇਆ ਉਹਦੇ ਵੀ ਘਰ ਬਹਿ ਜਾਣਗੇ। ਜਿਹੜਾ ਬੰਦਾ ਘਰ ਬੈਠ ਗਿਆ ਤਾਂ ਉਹਦੀ ਵੋਟ ਇੱਕ ਜਾਂਦੀ ਲੱਗੀ। ਵੋਟ ਤਾਂ ਉਹੀ ਗੁੱਡ ਆ ਜਿਹੜੀ ਮਤਲਬ ਪੈ ਜਾਵੇ ਉਹਦੇ ਬਕਸੇ ਦੇ ਵਿੱਚ ਚੱਲ ਜਾਂਦੀ ਹੈ। ਸੋ ਇਹ ਤੇ ਜ਼ਿਆਦਾ ਫਿਕਰ ਹੈ ਜੀ। ਸੋ ਡਾਕਟਰ ਸਾਹਿਬ, ਲੀਬੀਆ ਦੇ ਵਿੱਚ ਰੂਸ ਦੇ ਵਿੱਚ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਜਿਹੜੀਆਂ ਉਹ ਪਾਬੰਦੀਆਂ ਦੇ ਬਾਵਜੂਦ ਕਹਿੰਦੇ ਵੱਡੇ ਮੁਨਾਫੇ ਰੂਸ ਦੇ ਵਿੱਚ ਉਹਨਾਂ ਨੇ ਕਮਾਏ ਹੈ, ਜਦੋਂ ਕਿ ਇੱਕ ਪਾਸੇ ਪੱਛਮੀ ਦੇਸ਼ ਹੈ ਜਿਹੜੇ ਇਹ ਰੂਸ ਤੇ ਪਾਬੰਦੀਆਂ ਲਗਾ ਰਹੇ। ਦੇਖੋ ਕਿ ਕਿਆ ਮਜ਼ਾ ਆ ਰਿਹਾ ਨਾ। ਜਿਹੜੇ ਬੰਦੇ ਜਿਨ੍ਹਾਂ ਨੇ ਦੇਸ਼ਾਂ ਨੂੰ
ਪਾਬੰਦੀਆਂ ਲਾਈਆਂ, ਸੈਂਕਸ਼ਨਸ ਲਾਏ ਆ, ਹੂੰ ਇਹਨਾਂ ਨੇ ਵੀ ਉਹ ਗੱਲਾਂ ਤੇ ਸੈਂਕਸ਼ਨ ਨਹੀਂ ਲਾਏ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਸੀ। ਜੀ ਜਿਹੜੀਆਂ ਚੀਜ਼ਾਂ ਅਮਰੀਕਾ ਨੂੰ ਚਾਹੀਦੀਆਂ, ਹਾਲਾਂਕਿ ਸਭ ਤੋਂ ਵੱਡਾ ਚੈਂਪੀਅਨ ਸੈਂਕਸ਼ਨ ਦਾ ਯੂਐਸ ਆ। ਹੂੰ ਇਹਨਾਂ ਦਾ ਵਪਾਰ ਜਿਹੜਾ ਆਉਂਦਾ ਤਿਉਂ ਹੀ ਚੱਲਦਾ। ਹੂੰ ਕੁਛ ਇੱਕ ਗੱਲਾਂ ਛੱਡੀਆਂ ਇਹਨਾਂ ਨੇ, ਬਾਕੀ ਦੀਆਂ ਗੱਲਾਂ ਚੱਲੋ ਮੈਂ ਚੱਲੀ ਉਹ ਹੀ ਚੱਲੀ ਜਾਂਦੀਆਂ। ਤਾਂ ਫੇਰ ਉਹ ਇਸ ਕਰਕੇ ਚੱਲ ਰਹੀਆਂ, ਇਹਨਾਂ ਦਾ ਪ੍ਰੈਸ਼ਰ ਆ ਕਿ ਜਿਹੜੀਆਂ ਕੰਪਨੀਆਂ ਆ ਉਹ ਤਾਂ ਸੋਚਦੀਆਂ ਪ੍ਰੋਫਿਟ ਬਾਰੇ। ਹੂੰ ਉਹਨਾਂ ਨੂੰ ਇਹ ਨਹੀਂ ਪਰਵਾਹ ਕਿ ਅਸੀਂ ਯੂਕਰੇਨ ਵੱਲ ਆ ਜਾਂ ਅਸੀਂ ਰਸ਼ੀਆ ਵੱਲ ਆ। ਉਹ ਤਾਂ ਦੇਖਦੀਆਂ ਵੀ ਇੱਕ ਥਾਂ ਤੋਂ ਸਾਨੂੰ 200 ਮਿਲੀਅਨ ਨਿਕਲਣਾ, ਇੱਕ ਤੋਂ 300 ਨਿਕਲਣਾ, ਤਾਂ ਜਾਣਾ ਕਿੱਧਰ ਨੂੰ ਹੈ? 300 ਵਾਲੇ ਨੂੰ ਜਾਣਾ ਵਾ। ਬਿਲਕੁਲ ਹਾਥੀ ਦੇ ਦੰਦਾਂ ਵਾਲੀ ਗੱਲ ਹੈ ਜੀ। ਜਿਹੜੇ ਦਿਸਦੇ ਆ ਉਹ ਹੋਰ ਹੈ, ਜਿਹੜੇ ਮਤਲਬ ਕੰਮ ਕਰਦੇ ਹੋਰ ਹੈ। ਕਹਿਣ ਨੂੰ ਤੁਸੀਂ ਕਰਦਾ ਆ। ਹੁਣ ਕੰਪਨੀਆਂ ਨੇ ਉੱਥੇ ਆਪਣੇ ਆਪਰੇਸ਼ਨ ਰੱਖੇ ਆ, ਕੁਛ ਇੱਕ ਨੇ ਤਾਂ ਵਿਦਡਰਾ ਕੀਤੇ, ਜਿਹੜੇ ਜਿੱਦਾਂ ਪਬਲਿਕਲੀ ਦੱਸਦੇ ਸੀ ਨਾ, ਉਹਨਾਂ ਨੂੰ ਤਾਂ ਵਿਦਡਰਾ ਕਰਨੇ ਪਏ ਥੋੜੇ ਜਿਹੇ। ਪਰ ਬਾਕੀ ਕੰਪਨੀਆਂ ਬਹੁਤ ਹੈਗੀਆਂ ਜਿਹੜੀਆਂ ਨੈਚੁਰਲ ਰਿਸੋਰਸਸ ਦੇ ਵਿੱਚ ਉਹਨਾਂ ਦੇ ਬੈਠੀਆਂ ਆ, ਫਿਰ ਉਹਨਾਂ ਦੇ ਸ਼ਿਪਿੰਗ ਕਾਰਪੋਰੇਸ਼ਨ ਦੇ ਵਿੱਚ ਬੈਠੀਆਂ ਆ, ਇੰਡਸਟਰੀ ਦੇ ਵਿੱਚ ਬੈਠੀਆਂ ਆ, ਤੇ ਉਹਨਾਂ ਦੇ ਪ੍ਰੋਫਿਟ ਜਦੋਂ ਹੁਣ ਦੇਖਦੇ, ਬਲੂਮਬਰਗ ਦੀ ਰਿਪੋਰਟ ਸੀ ਪਿੱਛੇ ਜਿਹੇ, ਉਹ ਕਹਿੰਦੇ ਕਿ ਉਹਨਾਂ ਦੇ ਪ੍ਰੋਫਿਟਸ ਅੱਗੇ ਨਾਲੋਂ ਜ਼ਿਆਦਾ ਵਧੇ ਆ। ਇੱਕ ਤਾਂ ਹੁੰਦਾ ਐਵਰੇਜ ਰੇਟ ਆਫ ਪ੍ਰੋਫਿਟ, ਐਵਰੇਜ ਰੇਟ ਨਾਲ ਉਹਨਾਂ ਦਾ ਕਿਤੇ ਜ਼ਿਆਦਾ ਸੀ, ਇਸ ਕਰਕੇ ਕਿ ਉਹ ਕੰਪੀਟੀਸ਼ਨ ਘਟਦਾ ਜਾਂਦਾ ਜੀ। ਨਹੀਂ ਤਾਂ ਹਰ ਇੱਕ ਕੰਪਨੀ ਨੂੰ ਹਰ ਸਾਲ ਨਵੀਆਂ ਕੰਪਨੀਆਂ ਦੇ ਨਾਲ ਕੰਪੀਟੀਸ਼ਨ ਕਰਨਾ ਪੈਂਦਾ। ਸੈਂਕਸ਼ਨ ਦਾ ਇੰਨਾ ਫਾਇਦਾ ਹੋ ਗਿਆ ਉਹਨਾਂ ਨੂੰ ਕਿ ਉਹ ਜਿਹੜਾ ਨਵਾਂ ਕੰਪੀਟੀਸ਼ਨ ਹੈ ਉਹ ਨਹੀਂ ਆ ਰਿਹਾ, ਤੇ ਉਹ ਜਿਹੜਾ ਨਵਾਂ ਕੰਪੀਟੀਸ਼ਨ ਨਹੀਂ ਆਉਂਦਾ ਤੇ ਉਹਨਾਂ ਦੀ ਜ਼ਾਰੇਦਾਰੀ ਬਣ ਜਾਂਦੀ ਹੈ। ਜ਼ਾਰੇਦਾਰੀ ਬਣ ਗਈ ਤਾਂ ਉਹਨਾਂ ਦੇ ਪੈਸੇ ਜ਼ਿਆਦੇ ਆ, ਪੈਸੇ ਜ਼ਿਆਦਾ। ਤੇ ਜਿਹੜੀਆਂ ਕੰਪਨੀਆਂ ਪਹਿਲਾਂ ਹੀ ਉਹਨਾਂ ਦੇ ਨਾਲ ਇਨਵੈਸਟਮੈਂਟ ਕੀਤੀ ਸੀ, ਵਪਾਰ ਕਰਦੀਆਂ ਸੀ, ਉਹ ਤਾਂ ਐਕਚੁਅਲੀ ਖੁਸ਼ ਆ ਜੀ। ਜੇ ਲੜਾਈ ਲੱਗੀ ਰਵੇ ਤਾਂ ਉਹ ਖੁਸ਼ ਆ, ਕਿਉਂਕਿ ਲੜਾਈ ਦੇ ਦੌਰਾਨ ਉਹਨਾਂ ਦੀ ਪ੍ਰੋਫਿਟ ਜਿਹੜੀ ਹੈ ਜ਼ਿਆਦਾ ਵਧੀਆ, ਉਹਨਾਂ ਨੂੰ ਕੋਈ ਘਾਟਾ ਨਹੀਂ। ਘਾਟਾ ਤਾਂ ਵਿਚਾਰੇ ਜੇ ਇਸ ਵੇਲੇ ਮਰ ਰਹੇ ਆ ਉਹ ਯੂਕਰੇਨੀਅਨ ਲੋਕੀ ਆ, ਉਹ ਨੱਠੇ ਫਿਰਦੇ ਆ ਦੁਨੀਆ ਦੇ ਵਿੱਚ ਘਰੋਂ ਬੇਘਰ ਹੋ ਕੇ, ਫੇਰ ਉੱਥੇ ਆਪਣੇ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਵੀ ਕਿੱਦਾਂ ਕੱਲ ਨੂੰ ਦਿਨ ਚੜੂਗਾ ਨਹੀਂ ਚੜੂਗਾ। ਤੇ ਜਿਹੜੇ ਰਹਿੰਦੇ ਵੀ ਉਹ ਵੀ ਹਨੇਰੇ 'ਚ ਰਹਿੰਦੇ ਆ, ਉਹਨਾਂ ਦੀ ਬਿਜਲੀ ਬੇਸਿਕਲੀ ਬੰਦ ਹੀ ਆ ਜੀ। ਸੋ ਡਾਕਟਰ ਸਾਹਿਬ, ਲੀਬੀਆ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜਿਹੜੇ ਜ਼ਿੰਮੇਵਾਰ 2 ਡੈਮ ਮੰਨੇ ਜਾਂਦੇ ਆ, ਜਿਹੜੇ ਹੜ੍ਹਾਂ ਨਾਲ ਢਹਿ ਗਏ ਸੀ, ਉਸ ਸੰਬੰਧ ਵਿੱਚ ਜਨਰਲ ਪ੍ਰੋਸੀਕਿਊਟਰ ਜਿਹੜਾ ਉਹ ਹੁਣ ਜਾਂਚ ਕਰ ਰਹੇ ਆ ਜੀ ਉਹਦੀ। ਕਿਸੇ ਜ਼ਮਾਨੇ ਦੇ ਵਿੱਚ ਡਿਵੈਲਪਮੈਂਟ ਦਾ ਮਤਲਬ ਜਿਹੜੀ ਡੈਫੀਨੇਸ਼ਨ ਸੀ ਉਹ ਹੋਰ ਸੀ, ਹੁਣ ਹੋਰ ਤਰ੍ਹਾਂ ਦੀ ਹੈ ਜੀ। ਹਰ ਇੱਕ ਇਹ ਤਾਂ ਕੁਦਰਤੀ ਫਿਤਰਤ ਹੈ ਸਾਡੀ ਕਿ ਅਸੀਂ ਚਾਹੁੰਦੇ ਹਾਂ ਕਿ ਅੱਜ ਅਸੀਂ ਕੀ ਆ, ਕੱਲ ਨੂੰ ਕੀ ਆ, ਸਾਡੀ ਤਰੱਕੀ ਹੋਵੇ। ਤਰੱਕੀ ਦਾ ਮਤਲਬ ਕੀ ਆ ਜੀ? ਇਹ ਹੈ ਵੀ ਜੇ ਅਸੀਂ ਕੁੜਤਾ ਪਜਾਮਾ ਪਾਉਂਦੇ ਆ, ਜੇ ਤਾਂ ਇੰਨਾ ਸੋਚਣਾ ਹੋਵੇ ਵੀ ਤੁਸੀਂ ਸਰੀਰ ਢਕਣਾ ਆ, ਕੁੜਤੇ ਪਜਾਮੇ ਦੇ ਨਾਲ ਵੀ ਢੱਕ ਹੋ ਜਾਂਦਾ। ਤਾਂ ਜੇ ਤੁਸੀਂ ਕਹਿੰਦੇ ਆ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਕੁੜਤੇ ਪਜਾਮੇ 'ਚ ਮੈਂ ਸੋਹਣਾ ਨਹੀਂ ਲੱਗਦਾ, ਮੈਂ ਤਾਂ ਪੈਂਟ ਕੋਟ ਪਾਉਣਾ, ਫੇਰ ਉਹਨੂੰ ਅਸੀਂ ਤਰੱਕੀ ਸਮਝਦੇ ਹਾਂ, ਹਾਲਾਂਕਿ ਮਾਨਸਿਕ ਪਰੇਸ਼ਾਨੀ ਵੀ ਹੈ ਜੀ। ਜਿਹੜਾ ਮਜ਼ਾ ਕੁੜਤੇ ਪਜਾਮੇ 'ਚ ਆਉਂਦਾ ਹੋਣਾ ਉਹ ਤੁਹਾਨੂੰ ਸੂਟ ਪਾ ਕੇ ਨਹੀਂ ਆਉਂਦਾ। ਇਹ ਤਰੱਕੀ ਦੀ ਜਦੋਂ ਤੋਂ ਇੰਡਸਟਰੀਅਲਾਈਜੇਸ਼ਨ ਸ਼ੁਰੂ ਹੋਇਆ, ਸਾਡੀ ਤਰੱਕੀ ਦੀ ਡੈਫੀਨੇਸ਼ਨ ਹੀ ਬਦਲ ਗਈ। ਤਰੱਕੀ ਦੀ ਡੈਫੀਨੇਸ਼ਨ ਇਹ ਹੋ ਗਈ ਕਿ ਲੋਕਾਂ ਤੋਂ ਜ਼ਿਆਦਾ ਚੀਜ਼ਾਂ ਘਰ ਪਈਆਂ। ਜਿਹੜੇ ਬੰਦੇ ਨੇ ਕਦੇ ਵੀ ਮੂਵ ਹੋਣਾ ਹੋਵੇ ਉਹਨਾਂ ਨੂੰ ਪਤਾ ਹੋਣਾ ਵੀ ਜਿਹੜੀਆਂ 80% ਚੀਜ਼ਾਂ ਇੱਥੇ ਪਈਆਂ ਅਸੀਂ ਕਦੇ ਵਰਤੀਆਂ ਹੀ ਨਹੀਂ। ਜਿੱਦਣ ਮੂਵ ਹੁੰਦੇ ਉਦੋਂ ਪਤਾ ਲੱਗਦਾ ਕਹਿਣਾ ਆਹ ਮੈਨੂੰ ਪਤਾ ਹੀ ਨਹੀਂ ਸੀ ਆ ਵੀ ਸਾਡੇ ਕੋਲ ਹੈਗੀ ਹੈ ਜਾਂ ਨਹੀਂ ਹੈਗੀ। ਤੇ ਉਸ ਡਿਵੈਲਪਮੈਂਟ ਦੇ ਚੱਕਰ 'ਚ ਜਿੱਦਾਂ ਪਹਿਲਾਂ ਲੋਕੋਮੋਟਿਵ ਆਇਆ, ਤੁਸੀਂ ਕੋਲੇ ਦੇ ਨਾਲ ਇੰਜਣ ਚੱਲਦਾ ਸੀ, ਰੇਲਵੇ ਚੱਲਣ ਲੱਗ ਪਈ। ਇੱਕ ਜ਼ਮਾਨੇ ਦੇ ਵਿੱਚ ਫਿਰ ਬਿਜਲੀਕਰਨ ਜਦੋਂ ਸ਼ੁਰੂ ਹੋਇਆ ਤਾਂ ਉਸ ਵੇਲੇ ਬਿਜਲੀਕਰਨ ਦੀ ਇੱਕੋ ਹੀ ਸੋਲੂਸ਼ਨ ਸੀ ਕਿ ਡੈਮ ਬਣਾਏ ਜਾਣ, ਕਿ ਪਾਣੀ ਤੋਂ ਬਿਜਲੀ ਅਸੀਂ ਪੈਦਾ ਕਰ ਲੈਣੀ। ਉਸ ਵੇਲੇ ਸਮਝਦੇ ਸੀ ਲੋਕੀ ਵੀ ਇਹ ਸਭ ਤੋਂ ਲੇਟੈਸਟ ਟੈਕਨੋਲੋਜੀ ਆ। ਪਾਣੀ ਤਾਂ ਆਉਂਦਾ ਹੀ ਆਉਂਦਾ ਆ, ਮੀਂਹ ਪੈਂਦੇ ਆ, ਪਹਾੜਾਂ 'ਚ ਮੀਂਹ ਪੈਂਦੇ ਆ, ਉਹਨੂੰ ਇਕੱਠਾ ਕਰ ਲੈਂਦੇ ਆ ਤੇ ਇਹਨੂੰ ਬੰਨ੍ਹ ਕੇ ਤਾਂ ਫਿਰ ਪਾਣੀ ਦੀ ਧਾਰ ਦੇ ਨਾਲ ਹੀ ਅਸੀਂ ਬਿਜਲੀ ਬਣਾ ਦਿੰਦੇ। ਸੌਖਾ ਕੰਮ ਹੈ, ਨਾਲੇ ਇਹਦੇ ਨਾਲ ਸਿੰਚਾਈ ਵਾਲਾ ਹੋ ਜਾਊਗਾ, 2 ਗੱਲਾਂ ਹੋ ਜਾਂਦੀਆਂ। ਪਰ
ਉਦੋਂ ਸਾਡੇ ਕੋਲ ਸੋਲਰ ਪਾਵਰ ਹੈ ਨਹੀਂ ਸੀ, ਮਤਲਬ ਟੈਕਨੋਲੋਜੀ ਤਾਂ ਸ਼ਾਇਦ ਉਦੋਂ ਵੀ ਸੀ, ਪਰ ਇਦਾਂ ਇਸ ਪੱਖ 'ਚ ਸੋਚਦੇ ਘੱਟ ਸੀ, ਵਿਕਸਿਤ ਨਹੀਂ ਹੋਈ ਸੀ। ਵਿੰਡ ਪਾਵਰ ਸੀਗੀ ਥੋੜੀ ਬਹੁਤੀ, ਪਰ ਉਹ ਵਿੰਡ ਪਾਵਰ ਵੀ ਇੰਨੀ ਡਿਵੈਲਪ ਨਹੀਂ ਸੀ, ਕੋਈ ਵਿਕਸਿਤ ਨਹੀਂ ਸੀ। ਸੋ ਸਾਰੇ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਵੀ ਵੱਡੇ ਵੱਡੇ ਡੈਮ ਬਣਾਏ ਆ, ਤਾਂ ਨਾਸਰ ਡੈਮ ਹੋਇਆ ਇਜਿਪਟ ਦੇ ਵਿੱਚ, ਇੱਥੇ ਹੂਵਰ ਡੈਮ ਹੋਇਆ, ਆਪਣੇ ਭਾਖੜਾ ਨੰਗਲ ਹੋਇਆ, ਇਹ ਬਣਾਏ ਤਾਂ ਇਸ ਕਰਕੇ ਸੀ ਵੀ ਇਹ ਤਰੱਕੀ ਦਾ ਇੱਕ ਸਿੰਬਲ ਬਣ ਗਏ ਕਿ ਇਹਦੇ ਨਾਲ ਜਦੋਂ ਤੁਸੀਂ ਬਿਜਲੀ ਪੈਦਾ ਕਰ ਲਈ, ਉਦੋਂ ਫੈਕਟਰੀਆਂ ਲੱਗ ਜਾਣੀਆਂ, ਉਦੋਂ ਤੁਹਾਡੀ ਖੇਤੀਬਾੜੀ ਬਹੁਤ ਉਹਦੇ ਵਿੱਚ ਉਪਜ ਵਧ ਜਾਣੀ ਹੈ ਜੀ। ਪਰ ਇਹਦਾ ਇੱਕ ਨੁਕਸਾਨ ਜਿਹੜਾ ਹੁਣ ਤੁਸੀਂ ਲੀਬੀਆ 'ਚ ਦੇਖ ਸਕਦੇ ਆ, ਬਾਕੀ ਤਾਂ ਕਿਆਸ ਰਾਈਆਂ ਲਾਉਂਦੇ ਨਾ, ਇਹਨਾਂ ਦਾ ਐਕਚੁਅਲੀ ਦੇਖ ਸਕਦੇ। 2 ਡੈਮ ਬਰਸਟ ਹੋਇਆ, ਉੱਥੇ ਮੀਂਹ ਬਹੁਤ ਪਏ ਆ ਪਹਿਲਾਂ ਪਿੱਛੇ ਜਾ ਜੀ, ਤਾਂ 2 ਡੈਮ ਉਦੋਂ ਬਾਅਦ ਬਰਸਟ ਹੋ ਗਏ। ਤਾਂ ਉਹਨਾਂ ਡੈਮਸ ਨੇ ਅੱਜ ਤਾਈਂ ਜਿਹੜੇ ਸਰਕਾਰੀ ਅੰਕੜੇ ਦਿੰਦੇ ਆ, 11,000 ਬੰਦਾ ਮਰ ਗਿਆ ਇੰਨੇ ਪਾਣੀ ਦੇ ਵਿੱਚ ਜੀ, ਪਿੰਡਾਂ ਦੇ ਪਿੰਡ ਰੋੜ ਕੇ ਰੱਖਦੇ ਉਹਨੇ। ਇਹ ਸਰਕਾਰੀ ਅੰਕੜਾ ਆ, ਜਿੱਦਣ ਐਕਚੁਅਲੀ ਉਹਨਾਂ ਨੇ ਟੋਟਲ ਕਿਤੇ ਕਿਸੇ ਜ਼ਮਾਨੇ ਦੇ ਵਿੱਚ ਦੇਖਣਗੇ ਤਾਂ ਇਹ ਅੰਕੜਾ ਵਧੂਗਾ ਜੀ, ਜਿਸ ਤਰੀਕੇ ਨਾਲ ਨੁਕਸਾਨ ਹੋਇਆ। ਜਿੱਥੇ ਜਿੱਥੇ ਵੀ ਅੱਜ ਡੈਮ ਹੈਗੇ ਆ, ਉਹਨਾਂ ਨੂੰ ਇਹ ਨਾ ਸੋਚਣਾ ਚਾਹੀਦਾ ਵੀ ਇਹ ਸਾਡੀ ਸ਼ਾਨ ਆ। ਮੇਰਾ ਖਿਆਲ ਹੁਣ ਉਹ ਸੋਚਣੀ ਤੇ ਇਨਸਾਨ ਪਹੁੰਚ ਚੁੱਕਾ ਹੈ ਕਿ ਜਿਹੜੀ ਅਲਟਰਨੇਟਿਵ ਸੋਰਸਸ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਵਧੀਆ ਇਸ ਵੇਲੇ ਲੱਗਦੀ ਆ ਸੋਲਰ ਪਾਵਰ ਜੀ। ਸੂਰਜ ਨੇ ਤਾਂ ਚੜ੍ਹਨਾ ਹੀ ਚੜ੍ਹਨਾ ਹੈ, ਉਹਨੂੰ ਕੈਪਚਰ ਕਰਨ ਲਈ ਹੁਣ ਜਿਹੜੇ ਇੰਡੀਆ ਵਾਲਿਆਂ ਨੇ ਮਿਸ਼ਨ ਭੇਜਿਆ ਹੈ, ਉਹ ਇਹ ਵੀ ਸਟੱਡੀ ਕਰਦਾ ਹੈ ਵੀ ਜਦੋਂ ਕਈ ਇਹਦੀ ਬੱਦਲ ਹੋ ਜਾਂਦੇ ਸਾਡੇ, ਤੇ ਉਸ ਵੇਲੇ ਊਰਜਾ ਕਿੱਦਾਂ ਇਹਨਾਂ ਦੀ ਹਾਸਲ ਕੀਤੀ ਜਾ ਸਕਦੀ ਹੈ। ਜੇ ਉਹ ਸਾਡਾ ਸੋਲੂਸ਼ਨ ਆ ਜਾਵੇ ਸਾਡੇ, ਫਿਰ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਸਾਡੇ ਰਾਤ ਹੋ ਜਾਂਦੀ ਹੈ, ਕਿਉਂਕਿ ਸੂਰਜ ਤਾਂ ਬੰਦ ਨਹੀਂ ਹੁੰਦਾ, ਸੂਰਜ ਤਾਂ ਕੱਪੜੇ ਪਾ ਕੇ ਨਹੀਂ ਸੌ ਜਾਂਦਾ, ਉਹ ਤਾਂ ਚੱਲਦਾ ਹੀ ਰਹਿੰਦਾ। ਤੇ ਉਹ ਰੋਸ਼ਨੀ ਕਿਸ ਤਰ੍ਹਾਂ ਕੈਪਚਰ ਕਰਨੀ ਹੈ, ਕੈਪਚਰ ਹੋਈ ਰੋਸ਼ਨੀ ਨੂੰ ਜ਼ਿਆਦਾ ਦੇਰ ਕਿੱਦਾਂ ਰੱਖਣਾ, ਇਹ ਵੀ ਟੈਕਨੋਲੋਜੀ ਆਊਗੀ। ਬਿਲਕੁਲ ਇਸ ਵੇਲੇ ਤਾਂ ਨਹੀਂ ਹੈ ਸਾਡੇ ਤੋਂ ਇੰਨੀ, ਪਰ ਹੌਲੀ ਹੌਲੀ ਇਹ ਆਊਗੀ ਕਿ ਇਹਨੂੰ ਸਟੋਰ ਕਿੱਦਾਂ ਕਰਨਾ। ਸਟੋਰ ਕਰਨਾ ਹਾਲੇ ਬਹੁਤ ਮੁਸ਼ਕਲ ਹੈ, ਤੁਸੀਂ ਸਿੱਧੇ ਤੌਰ ਤੇ ਤਾਂ ਲੈ ਸਕਦੇ ਆ, ਪਰ ਸਟੋਰ ਕਰਨ ਸਾਡੇ ਤੋਂ ਟੈਕਨੋਲੋਜੀ ਹੈ ਨਹੀਂ ਜੀ। ਉਹ ਵਧੀਆ ਸਭ ਤੋਂ ਸੋਲੂਸ਼ਨ ਆ ਕਿ ਕੁਦਰਤੀ ਜੋ ਕੁਝ ਅਸੀਂ ਚਾਹੁੰਦੇ ਆ, ਤਾਂ ਉਹਦੇ ਨਾਲ ਹੀ ਸਾਡੀਆਂ ਫੈਕਟਰੀਆਂ ਚੱਲਣ। ਇੱਥੋਂ ਤੱਕ ਕਿ ਹੁਣ ਤਾਂ ਜਹਾਜ਼ਾਂ ਵਾਲੇ ਵੀ ਜਿਹੜੀ ਏਰੋਨੌਟਿਕਲ ਟੈਕਨੋਲੋਜੀ ਆ, ਉਹ ਡਿਵੈਲਪ ਕਰਨ ਨੂੰ ਫਿਰਦੇ ਵੀ ਜਹਾਜ਼ ਵੀ ਸੋਲਰ ਪਾਵਰ ਤੇ ਚੱਲਣਗੇ ਜੀ। ਮਤਲਬ ਪਹਿਲਾਂ ਤਾਂ ਕਾਰਾਂ ਦੀ ਗੱਲ ਕਰਦੇ ਸੀ, ਹੁਣ ਜਹਾਜ਼ਾਂ ਦੀ ਗੱਲ ਕਰਦੇ ਆ ਜੀ। ਹੌਲੀ ਹੌਲੀ ਟੈਕਨੋਲੋਜੀ ਵੱਧ ਰਹੀ ਹੈ, ਪਰ ਐਟ ਦੀ ਸੇਮ ਟਾਈਮ ਜਿਹੜੀ ਪੁਰਾਣੀ ਆ ਉਹ ਅਜੇ ਵੀ ਸਾਡੀ ਦਿਮਾਗ ਦੇ ਵਿੱਚ ਫਸਿਆ ਹੈ ਕਿ ਡੈਮ ਬਾਰੇ ਦੇਖੋ, ਭਾਖੜਾ ਨੰਗਲ ਤੇ ਮਤਲਬ 2-3-4 ਸੂਬੇ ਬੇਸਿਕਲੀ ਲੜਦੇ ਆ ਜੀ। ਉਹ ਕਹਿੰਦੇ ਸਾਡਾ ਆ, ਉਹ ਕਹਿੰਦੇ ਸਾਡਾ ਆ, ਉਹ ਕਹਿੰਦੇ ਸਾਡਾ ਆ, ਪਰ 4 ਸੂਬਿਆਂ ਨੂੰ ਇਹ ਨਹੀਂ ਪਤਾ ਕਿ ਸਭ ਤੋਂ ਵੱਧ ਨੁਕਸਾਨ ਜਿਹੜਾ ਆ ਇਹ ਜੇ ਬਰਸਟ ਹੋਇਆ ਤਾਂ ਉਹ ਪੰਜਾਬ ਦਾ ਆ ਜੀ। ਜੇ ਉਹਨੂੰ ਫਾਇਦਾ ਲੈ ਰਹੇ ਅੱਜ ਸਾਰੇ, ਪਰ ਉਹਦਾ ਨੁਕਸਾਨ ਵੀ ਆ ਜੀ, ਕਿਉਂਕਿ ਬਹੁਤ ਵੱਡੀ ਝੀਲ ਆ। ਜੇ ਉਹ ਟੁੱਟ ਜਾਵੇ ਤਾਂ ਜੋ ਕੁਝ ਲੀਬੀਆ 'ਚ ਹੋਇਆ, ਤੁਸੀਂ ਇਹ ਪੰਜਾਬ ਬਾਰੇ ਵੀ ਸੋਚ ਸਕਦੇ। ਏਦਾਂ ਨਹੀਂ ਹੋ ਸਕਦੀ ਵੀ ਇਹ ਇਕੱਲਾ ਲੀਬੀਆ ਦੇ ਵਿੱਚ ਆ, ਲੀਬੀਆ ਤੇ ਕੋਈ ਰੱਬ ਨੇ ਖਾਸ ਪਤਾ ਲੈਣਾ ਸੀ, ਉਹਨਾਂ ਦੇ ਭੇਜ ਦਿੱਤਾ। ਇਹਦੇ ਅਲਟਰਨੇਟਿਵ ਸੋਰਸਸ ਸਾਡੇ ਤੋਂ ਕੀ ਆ? ਅਲਟਰਨੇਟਿਵ ਸੋਰਸਸ ਉਹਨਾਂ ਦੇ ਵਿੱਚ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਵੀ ਦਿੱਤੀ ਸੀ ਐਕਚੁਅਲੀ ਕਿ ਨਿਊਕਲੀਅਰ ਪਲਾਂਟ ਲਾ ਲਓ। ਨਿਊਕਲੀਅਰ ਪਲਾਂਟ ਲਾਉਣਾ, ਰੇਡੀਏਸ਼ਨ ਇੰਨੀ ਉਹਦੇ ਆਲੇ ਦੁਆਲੇ ਹੁੰਦੀ ਆ, ਖਾਸ ਤੌਰ ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਕਿ ਪਾਪੂਲੇਸ਼ਨ ਡੈਂਸਿਟੀ ਬਹੁਤ ਜ਼ਿਆਦਾ ਹੈ, ਉਹ ਅਲਟਰਨੇਟਿਵ ਨਹੀਂ ਹੈ ਵੈਸੇ। ਉਹ ਤਾਂ ਅਲਟਰਨੇਟਿਵ ਉਹ ਤਾਂ ਜਿੱਦਾਂ ਚਰਨੋਬਲ ਦੇ ਵਿੱਚ ਲੌਂਗ ਆਈਲੈਂਡ ਤੇ ਇੱਥੇ 2 ਵੱਡੇ ਦੁਰਘਟਨਾ ਤਾਂ ਹੋ ਚੁੱਕੀਆਂ ਨਾ। ਨਿਊਕਲੀਅਰ ਪਾਵਰ ਪਲਾਂਟ ਜਿਹੜੇ ਆ 2 ਜਗ੍ਹਾ ਤੇ ਲੀਕ ਕੀਤੇ ਆ। ਪਹਿਲਾ ਲੀਕ ਕੀਤਾ ਸੀ ਇੱਥੇ ਲੌਂਗ ਆਈਲੈਂਡ ਤੇ ਇੱਥੇ US ਦੇ ਵਿੱਚ ਜੀ, ਦੂਸਰਾ ਚਰਨੋਬਲ ਦੇ ਵਿੱਚ ਯੂਕਰੇਨ ਦੇ ਵਿੱਚ। ਅਜੇ ਤੱਕ ਉਹਦਾ ਇੰਪੈਕਟ ਆ, ਉਹਨੂੰ ਕੋਈ 35 ਸਾਲ ਮੇਰਾ ਖਿਆਲ ਹੋਗਾ ਜੀ,
88 ਦੇ 99 ਦੇ ਵਿੱਚ ਹੋਇਆ ਸੀ ਤਾਂ ਉਸ ਵੇਲੇ ਤੋਂ ਅੱਜ ਤਾਈਂ ਉਹ ਧਰਤੀ ਵਸਣਯੋਗ ਨਹੀਂ ਹੈ। ਇੰਨਾ ਮਾੜਾ ਇਫੈਕਟ ਪੈਂਦਾ ਜੀ। ਹੁਣ ਇਸ ਵੇਲੇ ਵਧੀਆ ਇਹ ਹੀ ਹੈ ਜਿਹਦੇ ਵਿੱਚ ਸ਼ਾਇਦ ਸਾਡੀ ਸਰਕਾਰ ਤਾਂ ਪੰਜਾਬ ਸੋਚਦੀ ਨਹੀਂ ਇਹਦਾ। ਸਭ ਤੋਂ ਵੱਧ ਮਾਡਲ ਇਹ ਵਧੀਆ ਆ ਕਿ ਸੋਲਰ ਪਾਵਰ ਲਾਓ। ਇਹਦੇ ਵਿੱਚ ਹਾਂ ਠੀਕ ਹੈ ਇਸ ਵੇਲੇ ਖਰਚਾ ਜ਼ਿਆਦਾ ਹੋ ਰਿਹਾ ਪਰ ਇਹਦੇ ਜਿਹੜੇ ਵਾਤਾਵਰਣ ਨੂੰ ਫਾਇਦੇ ਹੋ ਰਹੇ, ਸਾਡੀ ਸਿਹਤ ਨੂੰ ਫਾਇਦੇ ਹੋਣੇ ਆ, ਲੌਂਗ ਟਰਮ ਦੇ ਵਿੱਚ ਸਾਡੇ ਤੋਂ એનર્ਜੀ ਬਹੁਤ ਹੋਣੀ ਹੈ ਜੀ। ਉਹਦਾ ਜਿਹੜੇ ਫਾਇਦੇ ਆ ਉਹ ਜ਼ਿਆਦਾ ਆਊਟਵੇ ਕਰਦੇ, ਉਹਨਾਂ ਦਾ ਭਾਰ ਜ਼ਿਆਦਾ ਹੈ ਜੀ। ਹਾਂ ਇੱਕ ਸਾਡੀ ਸੋਚਣੀ ਜਿਹੜੀ ਹੈ ਬੜੀ ਹਮੇਸ਼ਾ ਹੀ ਜਿੱਦਾਂ ਅਸੀਂ ਕੰਜ਼ਰਵੇਟਿਵਲੀ ਸੋਚਦੇ ਹਾਂ। ਅਸੀਂ ਉਹੀ ਸੋਚਦੇ ਹਾਂ ਕਿ ਜਿਹੜੀਆਂ ਚੀਜ਼ਾਂ ਕਰਦੇ ਰਹੇ ਹਾਂ ਅਸੀਂ ਕਦੇ ਵੀ ਕੋਈ ਬੰਦਾ ਏਦਾਂ ਨਹੀਂ ਸੋਚਦਾ ਕਿ ਆਹ ਨਵੀਂ ਚੀਜ਼ ਨੂੰ ਕੀਤਾ ਜਾਵੇ ਨਾ ਨਹੀਂ। ਜਿਹੜੇ ਤਾਂ ਨੌਜਵਾਨ ਨੇ ਉਹ ਥੋੜੇ ਜਿਹਾ ਨਵੀਂ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੁੰਦੇ ਪਰ ਜਿਹੜਾ ਬੰਦਾ ਇੱਕ ਸਰਟਨ ਏਜ ਤੋਂ ਉੱਪਰ ਚਲਾ ਗਿਆ ਨਾ ਉਹਨਾਂ ਦੀ ਤਾਂ ਫਿਕਸਡ ਹੁੰਦੀ ਵੀ ਇਦਾਂ ਹੀ ਹੁੰਦਾ ਸੀ। ਅਸੀਂ ਜੇ ਸੱਜੇ ਹੱਥ ਨਾਲ ਬਟਨ ਪਹਿਲਾਂ ਲਾਉਣਾ ਨਾ ਸੱਜੇ ਪਾਸਿਓਂ ਉਸ ਉਧਰ ਵੀ ਉਸੇ ਤਰੀਕੇ ਨਾਲ ਬਟਨ ਲਾਉਣੇ ਆ। ਇਹ ਸਾਡੀ ਸੋਚਣੀ ਦਾ ਹਿੱਸਾ ਹੀ ਹੈ। ਇੱਕ ਥਾਂ ਤੇ ਸਟਕ ਹੋ ਗਏ, ਇੱਕ ਥਾਂ ਤੇ ਸਟਕ ਹੋ ਗਏ, ਉਹ ਚੇਂਜ ਨਹੀਂ ਹੁੰਦੇ। ਬਾਬੇ ਬਾਦਸ਼ਾਹ ਦੀ ਗੱਲ ਠੀਕ ਹੀ ਆ ਬਿਲਕੁਲ ਜੀ। ਤੇ ਇਹ ਹੁਣ ਨਵੀਂ ਸੋਚਣੀ ਦੀ ਲੋੜ ਆ। ਸਾਨੂੰ ਪੁਰਾਣੀ ਸੋਚਣੀ ਛੱਡ ਕੇ ਉਹਦੇ ਵਿੱਚ ਡੈਮ ਜਿਹੜੇ ਆ ਡੇਂਜਰਸ ਆ, ਇਹਨਾਂ ਨੂੰ ਰਿਪਲੇਸ ਕਰਨ ਲਈ ਹੁਣੇ ਤੋਂ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ। ਬਿਲਕੁਲ ਜੀ। ਤੇ ਅੱਜ ਦੇ ਵਿਚਾਰ ਦਾ ਸਮਾਂ ਹੋ ਗਿਆ। ਬਿਲਕੁਲ ਜੀ। ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਗਰਜਾਂ ਨੇ ਦੁੱਧ ਦਾ ਵਪਾਰ ਕਰ ਲਿਆ ਹੈ, ਰਹਿ ਗਈਆਂ ਕਿੱਲਿਆਂ ਤੇ ਟੰਗੀਆਂ ਮਧਾਣੀਆਂ, ਮਾਵਾਂ ਦਾ ਪਿਆਰ ਵੀ ਇਹ ਮੁੱਲ ਹੁਣ ਵਿਕਦਾ, ਬਾਲਾਂ ਨੂੰ ਡੇ ਕੇਅਰ ਵਿੱਚ ਰੱਖਣ ਜਨਾਨੀਆਂ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਡਾਕਟਰ ਸ਼ਿੰਦਰ ਪੁਰੇਵਾਲ ਜੀ ਦੇ ਨਾਲ ਹੋਰ ਨਵੀਆਂ ਖਬਰਾਂ, ਹੋਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਅਸੀਂ ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ।